क्योंकि सारा साडा यूट्यूब चैनल ते भी लोग देखते साडी जिहड़ी एक्टिविटी देखते रहंदे आ तां लोग सारे फार्मर नूं पता जी भी असीं किस तरीके दा किहड़े लैवल ते असीं काम कर रहे हां तां उस तरीके नाल कि लोग साडी नॉलेज तो इंप्रैस हो के सातों ट्रेनिंग बहुत सारे 10 बैचां दे विच ही घੱਟੋ घੱਟ भी 350 400 ਬੰਦੇ ਨੂੰ ਅਸੀਂ ਟ੍ਰੇਨਿੰਗ ਅਸੀਂ ਦੇ ਚੁੱਕੇ ਹਾਂ ਤੋਂ ਪਹਿਲਾਂ ਜੀ ਜਿਸ ਕਿ ਬਹੁਤ ਸਾਰੇ ਸਾਡੇ ਇਹੋ ਜਿਹੇ ਫਾਰਮਰ ਹੈਗੇ ਜਿਹੜੇ ਕਿ ਅਗਰ ਆਪਾਂ ਐਮਪੀ ਸਾਈਡ ਗੱਲ ਕਰੀਏ ਕਰਨਾਟਕਾ ਦੀ ਗੱਲ ਕਰੀਏ ਬੈਂਗਲੌਰ ਠੀਕ ਹੈ ਔਰ ਉਸ ਤੋਂ ਬਾਅਦ ਇੱਧਰ ਅਸੀਂ ਯੂਪੀ ਦੇ ਵਿੱਚ ਗੱਲ ਕਰੀਏ ਬਹੁਤ ਸਾਰੇ ਫਾਰਮਰ ਸਕਸੈਸਫੁਲ ਫਾਰਮਰ ਜਿਹੜੇ ਕਿ ਬਹੁਤ ਵਧੀਆ ਤਰੀਕੇ ਨਾਲ ਬੀਟਲ 'ਤੇ ਕੰਮ ਕਰ ਰਹੇ ਅੱਜ ਦੇ ਟਾਈਮ ਦੇ ਵਿੱਚ ਤਾਂ ਇਹ ਸਰਕਾਰੀ ਸਰਟੀਫਿਕੇਟ ਦੀ ਸ਼ੁਰੂਆਤ ਬਸ ਉੱਥੇ ਹੀ ਹੋਈ ਸਾਨੂੰ ਕਿਉਂਕਿ ਸਾਡੇ ਜਿਹੜੇ ਆਪਣੇ ਲੋਕਲ ਇੱਥੋਂ ਸੀਗੇ ਆਪਣੇ ਆਪਣਾ ਕ੍ਰਿਸ਼ੀ ਵਿਗਿਆਨ ਕੇਂਦਰ ਸਿਰਸਾ ਵਾਲੇ ਤਾਂ ਉਹਨਾਂ ਨੇ ਵੀ ਸਾਡਾ ਫਾਰਮ ਵਿਜ਼ਿਟ ਕੀਤਾ ਤਾਂ ਉਹਨਾਂ ਨੇ ਵੀ ਸਾਨੂੰ ਟ੍ਰੇਨਿੰਗ ਸਾਨੂੰ ਕੀਤਾ ਤੁਸੀਂ ਟ੍ਰੇਨਿੰਗ ਕਰਵਾਓ ਤੁਹਾਡੇ ਲਈ ਵਧੀਆ ਓਪਰਚੁਨਿਟੀ ਹੁਣ ਅਸੀਂ ਆਪਾਂ ਐਗਜ਼ਾਮਪਲ ਲਾ ਕੇ ਚੱਲੀਏ ਧੰਦਾ ਕਿਉਂ ਨਹੀਂ ਫੇਲ ਹੋ ਸਕਦਾ ਵੀ ਲੋਕਡਾਊਨ ਦਾ ਕੰਮ ਸੀਗਾ ਲੋਕਡਾਊਨ ਦੇ ਵਿੱਚ ਸਾਨੂੰ ਜਿਹੜੇ ਬੱਕਰੀ ਪਾਲਕ ਕੋਈ ਵੀ ਹੈ ਜਿਹੜੇ ਕੰਮ ਕਰ ਰਿਹਾ ਉਹਨੂੰ ਕਦੇ ਫੀਲ ਹੀ ਨਹੀਂ ਹੋਇਆ ਹੋਣਾ ਕਿ ਲੋਕਡਾਊਨ ਲੱਗਿਆ ਹੋਇਆ ਠੀਕ ਹੈ ਜੀ ਕਿਉਂਕਿ ਨਾ ਤਾਂ ਦੇ ਵਿੱਚ ਸਾਨੂੰ ਫੀਡ ਦੀ ਕੋਈ ਪ੍ਰੋਬਲਮ ਆਈ ਅਗਰ ਸਾਡੇ ਕੋਲ ਬੱਕਰੀਆਂ ਸੂਈ ਵੀ ਗਈਆਂ ਲਾਕਡਾਊਨ ਦੇ ਵਿੱਚ ਤਾਂ ਅਸੀਂ ਬੱਚੇ ਨੂੰ ਬਹੁਤ ਤਰੀਕੇ ਨਾਲ ਸਾਂਭ ਲਿਆ ਜੋ ਲਾਕਡਾਊਨ ਖੁੱਲ ਗਿਆ ਉਹ ਬੱਚੇ ਦੀ ਉਮਰ ਕਿੰਨੀ ਵੱਡੀ ਹੋ ਚੁੱਕੀ ਸੀਗੀ ਉਦੋਂ ਸਹੀ ਗੱਲ ਉਹ ਡਬਲ ਰੇਟ ਹੋ ਗਏ ਉਹਨਾਂ ਦੇ ਚੀਜ਼ ਦੀ ਡਿਮਾਂਡ ਵੱਧ ਗਈ ਬੱਕਰੀ ਦਾ ਮੀਟ ਵੀ ਜਿਹੜਾ ਬੱਕਰੇ ਦਾ ਲਾਕਡਾਊਨ ਦੇ ਵਿੱਚ ਮਹਿੰਗਾ ਹੋਇਆ ਅਗਰ ਆਪਾਂ ਦੇਖੀਏ ਤਾਂ ਲਾਕਡਾਊਨ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਇਹਨੂੰ ਕੋਈ ਫੀਡ ਦੀ ਸਮੱਸਿਆ ਨਹੀਂ ਹੈਗੀ ਅਗਰ ਆਪਣੇ ਕੋਲ ਬਿਲਕੁਲ ਹੀ ਕੰਮ ਅੜ ਗਿਆ ਤਾਂ ਆਪਾਂ ਨੂੰ ਬਾਹਰ ਗ੍ਰੇਜ਼ਿੰਗ ਤੇ ਲੈ ਜਾਓ ਜੀ ਬਾਹਰ ਚਰਾ ਲਿਓ ਜਾ ਕੇ ਕਿਉਂਕਿ ਬੱਕਰੀ ਕਹਿ ਜਾਵੇ ਆਪਾਂ ਖੁਦ ਆਪ ਵੀ ਅਗਰ ਆਪਾਂ ਨੂੰ ਲੈ ਕੇ ਜਾਵਾਂਗੇ ਬਾਹਰ ਖੁਦ ਆਪਣਾ ਆਪ ਪੇਟ ਭਰ ਸਕਦਾ ਠੀਕ ਹੈ ਤੇ ਇਹਨੂੰ ਆਪਾਂ ਖਵਾਉਣ ਦੀ ਲੋੜ ਨਹੀਂ ਹੈਗੀ ਤਾਂ ਹੀ ਅਸੀਂ ਬਸ ਟ੍ਰੇਨਿੰਗ ਸਰਕਾਰੀ ਸਰਟੀਫਿਕੇਟ ਸਾਨੂੰ ਅਸੀਂ ਤੋਂ ਅਸੀਂ ਪ੍ਰੂਵ ਕਰਾਉਂਦੇ ਫਾਰਮਰ ਲਈ ਕੋਈ ਵੀ ਫਾਰਮ ਔਰ ਆਲ ਓਵਰ ਇੰਡੀਆ ਸਾਡਾ ਸਰਟੀਫਿਕੇਟ ਜਿਹੜਾ ਚੱਲਦਾ ਠੀਕ ਹੈ ਜੀ ਕੋਈ ਸਰਕਾਰ ਦੀ ਕੋਈ ਸੈਂਟਰ ਦੀ ਕੋਈ ਸਬਸਿਡੀ ਨੂੰ ਲੈ ਕੇ ਜਾਂ ਕੋਈ ਲੋਨ ਨੂੰ ਲੈ ਕੇ ਕੋਈ ਸਕੀਮ ਹੁੰਦੀ ਹੈ ਕੋਈ ਫਾਰਮਰ ਲੋਨ ਲੈਣਾ ਚਾਹੁੰਦਾ ਤਾਂ ਉੱਥੇ ਉਹ ਸਰਟੀਫਿਕੇਟ ਸਾਡਾ ਵੈਲਿਡ ਹੁੰਦਾ ਪੂਰਾ ਠੀਕ ਹੈ ਜੀ ਇਸ ਤਰ੍ਹਾਂ ਦੱਸੋ ਵੀ ਫਿਰ ਇਸ ਕਿੱਤੇ ਦੇ ਵਿੱਚ ਹਨਾ ਕਮਾਈ ਕਿਵੇਂ ਹੋ ਸਕਦੀ ਹੈ ਜੀ ਕਿੰਨੇ ਚਿਰ ਬਾਅਦ ਕਮਾਈ ਸ਼ੁਰੂ ਹੁੰਦੀ ਹੈ ਵੱਡੀ ਗੱਲ ਇਹ ਹੈ ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਜੀ ਕਿ ਮੇਨ ਗੱਲ ਆ ਕੇ ਇੱਥੇ ਰੁਕ ਜਾਂਦੀ ਆ ਕੇ ਕਿ ਫਾਰਮ ਹਰ ਕੋਈ ਕਰ ਲੈਂਦਾ ਲੇਕਿਨ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਾਰਕੀਟਿੰਗ ਆਪਾਂ ਕਿਵੇਂ ਕਰਨੀ ਹੈ ਠੀਕ ਹੈ ਜੀ ਹੁਣ ਇਹਦੇ ਵਿੱਚ ਕੀ ਸਿਸਟਮ ਹੁੰਦਾ ਜੀ ਕਿ ਸਭ ਤੋਂ ਪਹਿਲੀ ਗੱਲ ਤਾਂ ਅਗਰ ਆਪਾਂ ਦੇਖੀਏ ਇੱਕ ਪੋਜ਼ਿਟਿਵ ਵੇ ਨਾਲ ਆਪਾਂ ਨੂੰ ਸੋਚਣਾ ਹੈ ਕਿ ਅਗਰ ਆਪਾਂ ਦੇਖੀਏ ਕਿ ਜਿਹੜਾ ਬੱਕਰੀ ਫਾਰਮ ਹੈ ਇੱਕ ਲਾਈਵ ਸਟਾਕ ਹੈ ਜੀ ਜਿਹਦਾ ਕੀ ਆ ਟ੍ਰੈਂਡ ਹੈ ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ 'ਚ ਆਪਾਂ ਨੂੰ ਇਹ ਗੱਲ ਕੱਢਣੀ ਚਾਹੀਦੀ ਹੈ ਕਿ ਇਹਦਾ ਟ੍ਰੈਂਡ ਵੀ ਕਦੇ ਵੀ ਨਹੀਂ ਖਤਮ ਹੋ ਸਕਦਾ ਕਦੇ ਵੀ ਦੇਖੋ ਕੱਲਾ ਕਰਾਂਗੇ ਆਪਾਂ ਸਟਾਲ ਫੀਡਿੰਗ ਵਾਲਾ ਫਾਰਮ ਤੇ ਰੱਖ ਕੇ ਤਾਂ ਉੱਥੇ ਆਪਣਾ ਥੋੜਾ ਖਰਚਾ ਕਿ ਥੋੜਾ ਵੱਧ ਜਾਂਦਾ ਜੀ ਕਿਉਂਕਿ ਉੱਥੇ ਹਰ ਚੀਜ਼ ਮੁੱਲ ਦੀ ਪੈਣੀ ਆਪਾਂ ਨੂੰ ਬੱਕਰੇ ਨੂੰ ਫੀਡ ਵੀ ਪਾਉਣੀ ਪਊਗੀ ਜੀ ਦਾਣਾ ਸਾਰਾ ਕੰਸਨਟ੍ਰੇਟ ਫੀਡ ਸੁੱਕਾ ਚਾ ਨੀਰਾ ਜੋ ਬੱਕਰੀਆਂ ਖਾ ਰਹੀਆਂ ਗੋਇਆ ਦਾ ਨੀਰਾ ਇਹ ਵੀ ਮੰਗਾਉਣਾ ਪੈਂਦਾ ਇਹਦਾ ਵੀ ਰੇਟ ਘੱਟੋ ਘੱਟ 800-900 ਰੁਪਏ ਕੁਇੰਟਲ ਦਾ ਹੋ ਰਿਹਾ ਇਸ ਟਾਈਮ ਦੇ ਵਿੱਚ ਔਰ ਉਸ ਤੋਂ ਬਾਅਦ ਦੇਖੀਏ ਹਰਾ ਚਾਰਾ ਆਪਾਂ ਨੂੰ ਖੇਤ ਦੇ ਵਿੱਚ ਬੀਜਣਾ ਪੈਂਦਾ ਮੱਕੀ ਬਰਸੀਨ ਜਈ ਜੋ ਵੀ ਆਪਣੇ ਕੋਲੇ ਹਰਾ ਚਾਰਾ ਗ੍ਰੀਨ ਫੂਡਰ ਚ ਅਵੇਲੇਬਲ ਹੈ ਕਿ ਆਪਾਂ ਨੂੰ ਉਹ ਵੀ ਖਵਾਉਣਾ ਪੈਂਦਾ ਤਾਂ ਉਸ ਤਰੀਕੇ ਨਾਲ ਬੱਕਰੀ ਨਾਲ ਪੇਟ ਭਰ ਸਕਦੇ ਆ ਉੱਥੇ ਕੀ ਹੋ ਜਾਂਦਾ ਆਪਣਾ ਥੋੜਾ ਖਰਚਾ ਬਚ ਜਾਂਦਾ ਜਦੋਂ ਐਕਚੁਅਲ ਦੇ ਵਿੱਚ ਤੁਹਾਨੂੰ ਬੀਟਲ ਬਾਰੇ ਇਹੀ ਨਹੀਂ ਪਤਾ ਲੱਗ ਰਿਹਾ ਆਪਾਂ ਨੂੰ ਵੀ ਅਗਰ ਆਪਾਂ 20-25 ਹਜ਼ਾਰ ਦੀ ਬੱਕਰੀ ਆਪਾਂ 35-40 ਹਜ਼ਾਰ 'ਚ ਖਰੀਦ ਰਹੇ ਹਾਂ ਤਾਂ ਸਭ ਤੋਂ ਪਹਿਲੀ ਗੱਲ ਤਾਂ ਫਾਰਮਰ ਉੱਥੇ ਮਾਰਿਆ ਜਾਂਦਾ ਠੀਕ ਹੈ ਇਹ ਫਾਰਮਰ ਦੀ ਇੱਕ ਆਪਾਂ ਨੂੰ ਅਧੂਰੀ ਨੌਲੇਜ ਕਹਿ ਸਕਦੇ ਹਾਂ ਆਪਾਂ ਕਿ ਬਿਨਾਂ ਆਪਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਅਗਰ ਆਪਾਂ ਕੰਮ ਕਰ ਰਹੇ ਹਾਂ ਚਲੋ ਆਪਾਂ ਬਹੁਤ ਵੱਡਾ ਸਟੈਪ ਚੱਕਣ ਜਾ ਰਹੇ ਕਿ ਆਪਾਂ ਲਾਈਵ ਸਟਾਕ ਦਾ ਧੰਦਾ ਕਰਨਾ ਅਗਰ ਆਪਾਂ ਉਹਨੂੰ 2-3 ਮਹੀਨੇ ਲਾ ਕੇ ਪ੍ਰੋਪਰ ਤਰੀਕੇ ਨਾਲ ਸਿੱਖ ਹੀ ਲੱਗੇ ਤਾਂ ਆਪਾਂ ਹੀ ਕੀਤਾ YouTube ਤੇ ਵੀਡੀਓ ਦੇਖੀ ਜੀ ਹਾਂਜੀ ਬੱਕਰੀਆਂ ਦਾ ਕੰਮ ਇੰਨਾ ਫਾਇਦਾ ਜੀ ਇਹ 'ਚ ਇੰਨੇ ਪੈਸੇ ਲੋਕ ਕਮਾ ਗਏ ਤਾਂ ਐਂ ਕਰਕੇ ਬੱਕਰੀਆਂ ਇੰਨੇ ਦੀ ਵਿਕੀਆਂ ਆਪਾਂ ਚੁੱਪ ਕਰਕੇ ਆਪਾਂ ਕੀ ਚੱਕਦੇ ਆ ਮੋਟਰਸਾਈਕਲ ਬੰਦਿਆਂ ਕੋਲੇ ਗਏ ਬੱਕਰੀ ਆਪਾਂ ਨੂੰ ਖਰੀਦੀ ਆਪਾਂ ਕਿ ਉੱਥੇ ਕਾਲੇ ਹੋ ਜਾਣੇ ਵੀ ਹਰ ਯਾਰ ਮੇਰੇ ਹੱਥ ਚੋਂ ਕਿ ਜਾਨਵਰ ਨਿਕਲ ਨਾ ਜਾਵੇ ਕਿਤੇ ਪਾਸੇ ਤੁਸੀਂ ਉਹਨਾਂ ਨੂੰ ਕਹਿੰਦੇ ਵੀ ਕਿ ਇਹ ਕਿਉਂ ਵੀ ਕਿੰਨੇ ਦੀ ਬੱਕਰੀ ਖਰੀਦਣੀ ਚਾਹੀਦੀ ਹੈ ਸ਼ੁਰੂ ਕਰਨ ਦੇ ਲਈ ਮੈਂ ਕਹਿੰਦਾ ਵੀ 18 ਤੋਂ ਲੈ ਕੇ ਜੀ ਆਪਣੀ ਬੱਕਰੀ 25000 ਤੱਕ ਤੁਸੀਂ ਖਰੀਦ ਲਓ ਤੁਹਾਡੇ ਲਈ ਬਹੁਤ ਹੈ ਅਗਰ ਆਪਾਂ ਉਸ ਤੋਂ ਉੱਪਰ ਜਾਵਾਂਗੇ 35000 ਕੋਈ ਫਾਰਮਰ 40000 ਵੀ ਲਾਉਂਦਾ ਬੱਕਰੀ ਤੇ ਆਪਾਂ 50000 ਵੀ ਲੋਕ ਦੇਖੇ ਮੈਂ ਖਰੀਦੇ 60000 ਦੀ ਬੱਕਰੀ ਖਰੀਦੇ ਵੀ ਦੇਖਿਆ ਲੇਕਿਨ ਆਪਾਂ ਨੂੰ ਇਹ ਦੇਖੋ ਕਿ ਆਪਾਂ ਇੱਕ ਨਵੇਂ ਫਾਰਮਰ ਹੈ ਆਪਾਂ ਇਸ ਧੰਦੇ ਨੂੰ ਸ਼ੌਂਕ ਵਜੋਂ ਨਹੀਂ ਕਰ ਰਹੇ ਕੁਝ ਫਾਰਮਰ ਚਲੋ ਸ਼ੌਂਕ ਵਜੋਂ ਵੀ ਕਰਦੇ ਆ ਬਹੁਤ ਸਾਰੇ ਹੁੰਦੇ ਆ ਲੇਕਿਨ ਮੋਸਟਲੀ ਫਾਰਮਰ ਕਿਹਨੂੰ ਬਿਜ਼ਨਸ ਪਰਪਸ ਦੇ ਤੌਰ ਤੇ ਕਰਦੇ ਆ ਜੀ ਵੀ ਅਗਰ ਆਪਾਂ 70000 ਦੀ ਬੱਕਰੀ ਲੈ ਕੇ ਅੱਜ ਆਪਾਂ ਉਹ ਬਿਜ਼ਨਸ ਕੱਢਣ ਦੀ ਸੋਚ ਰਹੇ ਤਾਂ ਆਪਣੀ ਬਹੁਤ ਵੱਡੀ ਬੇਵਕੂਫੀ ਹੈ ਸੰਦੀਪ ਬਾਈ ਜੀ ਨੇ ਵੀ ਕਾਫੀ ਚੰਗੀ ਜਾਣਕਾਰੀ ਦਿੱਤੀ ਕਿ ਇੱਥੇ ਬੱਕਰੀਆਂ ਭੇਜੀਆਂ ਨੇ ਮੈਂ ਵੀਡੀਓ ਦੇ ਵਿੱਚ ਵੀ ਤੁਹਾਡੀਆਂ ਗੱਲਾਂ ਸੁਣੀਆਂ ਸੀ ਅੱਜ ਇੱਥੇ ਜਮਾ ਤੁਹਾਡੇ ਕੋਲ ਖੜ ਕੇ ਸੁਣਨੀ ਚਾਹੁੰਦਾ ਵੀ ਤੁਸੀਂ ਬੱਕਰੀਆਂ ਬਾਹਰ ਵੀ ਭੇਜੀਆਂ ਸੀ ਕਹਿਣ ਤੋਂ ਭਾਵ ਵੀ ਬਾਹਰਲੇ ਮੁਲਕ ਦੇ ਵਿੱਚ ਹਾਂਜੀ ਦੇਖੋ ਉਹੀ ਗੱਲ ਹੈ ਕਿ ਆਪਾਂ ਗੱਲ ਮਾਰਕੀਟਿੰਗ ਦੇ ਉੱਥੇ ਆ ਜਾਂਦੀ ਹੈ ਨਾ ਜੀ ਵੀ ਮਾਰਕੀਟਿੰਗ ਇਹਦੀ ਕਰਨੀ ਕੋਈ ਲੋਕ ਵੀ ਬੜਾ ਵੱਡਾ ਇਸ਼ੂ ਬਣਾ ਲੈਂਦੇ ਆ ਹਨਾ ਕਿਉਂਕਿ ਇਹਦੇ ਵਿੱਚ ਦੇਖੋ ਅਗਰ ਆਪਾਂ ਆਪਣੇ ਕੰਮ ਦੇ ਵਿੱਚ ਆਪਾਂ ਲਗਨ ਨਾਲ ਲੱਗੇ ਰਹਿੰਦੇ ਆ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਣਾ ਕਸਟਮਰ ਕਿੱਥੋਂ ਦਾ ਜੇ
ਬਸ ਇੱਕ ਲੋੜ ਹੁੰਦੀ ਸਹਿਣਸ਼ੀਲਤਾ ਥੋੜੀ, ਕਿਉਂਕਿ ਆਪਣੇ ਲੋਕਾਂ ਦੇ ਵਿੱਚ ਥੋੜੀ ਸਹਿਣਸ਼ੀਲਤਾ ਬਹੁਤ ਘੱਟ ਹੈ। ਆਪਾਂ ਕਹਿੰਦੇ ਅੱਜ ਕੰਮ ਸ਼ੁਰੂ ਕਰ ਲਿਆ ਤੇ ਬਸ ਆਪਾਂ ਨੂੰ ਮਹੀਨੇ ਬਾਅਦ 6 ਮਹੀਨੇ ਬਾਅਦ ਸਾਨੂੰ ਕੀ ਪੈਸੇ ਆਉਣ ਲੱਗੇ ਨੇ ਬਸ। ਸੰਦੀਪ ਬਾਈ ਜੀ ਤੁਸੀਂ ਟ੍ਰੇਨਿੰਗ ਲਈ, ਉਸ ਤੋਂ ਬਾਅਦ ਟ੍ਰੇਨਿੰਗ ਦੇਣੀ ਵੀ ਸ਼ੁਰੂ ਕੀਤੀ। ਦੂਸਰੀ ਗੱਲ ਇਹ ਵੀ ਹੈ ਵੀ ਸਰਕਾਰੀ ਸਰਟੀਫਿਕੇਟ ਦੇ ਨਾਲ, ਹਨਾ, ਇਹ ਇੰਨੀ ਗੱਲ ਇੰਨੀ ਜਲਦੀ ਕਿਵੇਂ ਸੰਭਵ ਹੋਈ ਵੀ ਇੰਨਾ ਜਲਦੀ ਛੇਤੀ ਹੋ ਗਿਆ? ਇਹ 'ਚ ਇਸ ਤਰੀਕੇ ਨਾਲ ਸੀਗਾ, ਦੇਖੋ ਅਸੀਂ CRG ਤੋਂ ਟ੍ਰੇਨਿੰਗ ਕੀਤੀ ਨਾ, ਤਾਂ ਸਭ ਤੋਂ ਪਹਿਲੀ ਗੱਲ ਅਸੀਂ ਪੰਜਾਬ ਹਰਿਆਣਾ ਦੇ ਇੱਕ ਪਹਿਲੇ ਫਾਰਮਰ ਸੀ ਜੀ, ਇਹਨਾਂ ਕੋਲ ਕਿ ਗੋਡ ਫਾਰਮਿੰਗ ਦੀ ਟ੍ਰੇਨਿੰਗ ਲੈਣਾ ਸੀ, ਗਏ ਸੀਗੇ ਪਹਿਲੇ ਬੰਦੇ। ਹਾਂ, ਅੱਜ ਤੋਂ 7 ਸਾਲ ਪਹਿਲਾਂ ਦੀ ਗੱਲ ਹੋਊਗੀ, 6.5 ਸਾਲ ਤੋਂ ਉੱਪਰ ਹੀ ਹੋ ਗਏ ਹੋਣਗੇ, ਕਿਉਂਕਿ ਸਾਲ 6 ਮਹੀਨੇ ਸਾਨੂੰ ਫਾਰਮ ਲਾਉਣ ਤੇ ਲੱਗ ਗਏ ਸੀਗੇ। ਕਿਉਂਕਿ ਉੱਥੇ ਕੀ ਸੀਗਾ ਨਾ, ਸਿਸਟਮ ਜਿਹੜਾ ਉਹਨਾਂ ਦਾ CRG ਦਾ ਬਣਿਆ ਹੋਇਆ ਕਿ ਉਹ ਬਹੁਤ ਹੀ ਵਧੀਆ ਲੈਵਲ ਦੀ ਟ੍ਰੇਨਿੰਗ ਉੱਥੇ ਦਿੱਤੀ ਜਾਂਦੀ ਹੈ। ਤੇ ਉੱਥੇ ਕੀ ਸੀ, ਕਿਉਂਕਿ ਉਧਰ ਆਉਂਦੇ ਸੀਗੇ MP ਦੇ, UP, ਬਿਹਾਰ ਦੇ ਉਧਰਲੀ ਸਾਈਡ ਦੇ ਫਾਰਮਰ ਜ਼ਿਆਦਾ ਆਉਂਦੇ, ਕਿਉਂਕਿ ਉਧਰ ਗੋਡ ਫਾਰਮਿੰਗ ਪਹਿਲਾਂ ਤੋਂ ਹੀ ਬਹੁਤ ਪੁਰਾਣੇ ਸਾਲਾਂ ਦੇ ਲੋਕ ਕਰਦੇ ਆ, ਔਰ ਬਹੁਤ ਵੱਡੇ ਲੈਵਲ ਤੇ ਕਰਦੇ ਆ ਰਹੇ ਆ। ਤਾਂ ਅਸੀਂ ਉੱਥੋਂ ਟ੍ਰੇਨਿੰਗ ਕਰਨ ਗਏ ਸੀਗੇ। ਅਸੀਂ ਜੋ ਫਾਰਮ ਸ਼ੁਰੂ ਕੀਤਾ, ਤਾਂ ਜਦੋਂ ਅਸੀਂ ਹੌਲੀ ਹੌਲੀ ਕੰਮ ਕਰਦੇ ਗਏ, ਸਾਨੂੰ 2-3 ਸਾਲ ਹੋ ਗਏ, ਕਿਉਂਕਿ 2-3 ਸਾਲ ਤਾਂ 2 ਸਾਲ ਦਾ ਪੂਰਾ ਮੰਨ ਕੇ ਚੱਲੀ, ਤੇ ਮੈਂ ਤੇ ਰਾਜਪ੍ਰੀਤ ਦੇ ਪੂਰੇ 100 ਬੱਕਰੀ ਸੀ ਖੁਦ ਸਾਂਭੀ ਹੋਈ ਦੋਨਾਂ ਨੇ। ਠੀਕ ਹੈ ਜੀ। ਸਾਰਾ ਕੁਝ ਛੱਡ ਕੇ ਐਵਰੀਥਿੰਗ, ਹਰ ਕੋਈ ਫੰਕਸ਼ਨ ਨਹੀਂ ਅਟੈਂਡ ਕਰਨਾ, ਕੁਝ ਨਹੀਂ, ਅਸੀਂ ਸਿਰਫ ਸਾਡਾ ਧਿਆਨ ਇੱਥੇ ਹੀ ਸੀ, ਫੋਕਸ ਸਾਡਾ ਪੂਰਾ 2 ਸਾਲ ਬੱਕਰੀਆਂ ਤੇ। ਹਾਂ, ਕੋਈ ਅਸੀਂ ਲੇਬਰ ਵਾਲਾ ਬੰਦਾ ਨਹੀਂ, ਸਾਡਾ ਟਾਰਗੇਟ ਸੀ ਕਿ ਜਿਹਨਾਂ ਕੋਈ 100 ਬੱਕਰੀ ਆਪਣੇ ਕੋਲੇ ਫਾਰਮ 'ਚ ਨਹੀਂ ਹੁੰਦੀ, ਅਸੀਂ ਕੋਈ ਵੀ ਬੰਦਾ ਇੱਥੇ ਕੰਮ ਵਾਲਾ ਨਹੀਂ ਰੱਖਦੇ ਜੀ। ਚਲੋ ਇੱਕ ਟਾਰਗੇਟ ਉਹਦਾ ਮੰਨ ਲੈਣੇ ਆਪਾਂ। ਹਾਂ। ਫਿਰ ਅਸੀਂ ਉਹਨੂੰ ਅਚੀਵ ਵੀ ਕੀਤਾ। ਜਦੋਂ ਅਸੀਂ ਸਾਡੇ ਕੋਲ 100 ਬੱਕਰੀ ਹੋਈ, ਫਿਰ ਅਸੀਂ ਇੱਥੇ ਕੀ ਆਪਣੇ ਕੰਮ ਵਾਲੇ ਬੰਦੇ ਰੱਖ ਲਏ। ਫਿਰ ਸਾਡਾ ਕੰਮ ਕੀ 12 ਦਾ ਵੱਧ ਗਿਆ। ਜਦੋਂ CRG ਸਾਡੇ ਆਪਣੇ ਸਿਸਟਮ, ਆਪਣੇ CRG ਮਥੁਰਾ ਵਾਲੇ ਸਾਡੇ ਕੰਮ ਤੋਂ ਐਪਰੀਸ਼ੀਏਟ ਹੋਏ, ਤਾਂ ਉਹਨਾਂ ਨੇ ਸਾਨੂੰ ਟ੍ਰੇਨਿੰਗ ਦਾ, ਅਸੀਂ ਉਹਨਾਂ ਤੋਂ ਪਰਮਿਸ਼ਨ ਲੈ ਕੇ ਅਸੀਂ ਆਫਰ ਦਿੱਤੀ। ਉਹਨਾਂ ਨੇ ਸਾਨੂੰ ਵੀ ਤੁਸੀਂ ਟ੍ਰੇਨਿੰਗ ਤੁਸੀਂ ਆਪਦੇ ਲੈਵਲ 'ਤੇ, ਸਾਡੀ ਕੁਆਲੀਫਿਕੇਸ਼ਨ, ਸਾਡੀ ਨੌਲੇਜ, ਜਿਹੜਾ ਕਿ ਸਾਡਾ ਤਜਰਬਾ ਸੀਗਾ, ਉਹਨੇ ਉਹ ਚੈੱਕ ਕੀਤਾ। ਤਾਂ ਉਹਦੇ ਬਿਹਾਵ 'ਤੇ ਸਾਨੂੰ ਇੱਕ ਅਸੀਂ ਟ੍ਰੇਨਿੰਗ ਕਰਾਉਣ ਦੀ ਸਾਨੂੰ ਉੱਥੋਂ ਕੀ ਆ ਸਿਸਟਮ, ਸਾਨੂੰ ਥੋੜ੍ਹਾ ਜਿਹਾ ਪਰਮਿਸ਼ਨ ਮਿਲੀ ਕਿ ਤੁਸੀਂ ਆਪਦੇ ਲੈਵਲ 'ਤੇ ਵੀ ਟ੍ਰੇਨਿੰਗ ਕਰਵਾ ਸਕਦੇ ਹੋ। ਤਾਂ ਟ੍ਰੇਨਿੰਗ ਦਾ ਜਿਹੜਾ ਸਰਕਾਰੀ ਸਰਟੀਫਿਕੇਟ ਆ, ਉਹ ਸਾਨੂੰ ਆਫਰ ਕਰਦੀ ਆ ਆਪਣੀ ਹਿਸਾਰ ਯੂਨੀਵਰਸਿਟੀ। ਠੀਕ ਹੈ ਜੀ। ਜਿਹੜੀ ਹਰਿਆਣਾ ਦੀ ਯੂਨੀਵਰਸਿਟੀ ਆ, ਲਾਲਾ ਲਾਜਪਤ ਰਾਏ ਵੈਟਰਨਰੀ ਯੂਨੀਵਰਸਿਟੀ ਹਿਸਾਰ। ਇਹ ਸਰਟੀਫਿਕੇਟ ਸਰਕਾਰੀ ਹੁੰਦਾ ਨਾ? ਸਰਕਾਰੀ ਸਰਟੀਫਿਕੇਟ ਹੁੰਦਾ ਜੀ। ਇਹ ਕੋਈ ਵੀ ਪ੍ਰਾਈਵੇਟ ਫਾਰਮਰ ਕੋਈ ਵੀ ਟ੍ਰੇਨਿੰਗ ਕਰਵਾ ਰਿਹਾ, ਸਰਕਾਰੀ ਸਰਟੀਫਿਕੇਟ ਕੋਈ ਵੀ ਨਹੀਂ ਦੇ ਰਿਹਾ ਜੀ। ਸਾਡੇ ਫਾਰਮ ਤੋਂ ਇਲਾਵਾ ਸਰਕਾਰੀ ਸਰਟੀਫਿਕੇਟ ਕਿਤੇ ਨਹੀਂ ਦਿੱਤਾ ਜਾਂਦਾ। ਜਦੋਂ ਤੁਸੀਂ ਸਰਕਾਰੀ ਯੂਨੀਵਰਸਿਟੀ ਟ੍ਰੇਨਿੰਗ ਕਰ ਸਕਦੇ ਹੋ। ਯੂਨੀਵਰਸਿਟੀ ਦੀ ਟ੍ਰੇਨਿੰਗ ਦੇ ਬੈਚ ਆ ਕਿ ਬਹੁਤ ਹੀ ਲਿਮਟਡ ਹੁੰਦੇ ਔਰ ਬਹੁਤ ਹੀ ਘੱਟ ਨਿਕਲਦੇ ਆ। ਔਰ ਇੱਥੇ ਕੀ ਆ, ਸਾਡੇ ਕੋਲੇ ਬੈਚ ਅਸੀਂ ਕੀ ਆ 2-3 ਮਹੀਨਿਆਂ ਤੋਂ, 3 ਮਹੀਨਿਆਂ ਤੋਂ, ਕੋਈ 3.5 ਮਹੀਨੇ ਤੋਂ ਅਸੀਂ ਬੈਚ ਕਰਵਾਉਂਦੇ ਰਹਿੰਦੇ ਆ ਜੀ। ਤਾਂ ਸਾਡਾ ਹੁਣ 11th ਬੈਚ ਆ ਜਿਹੜਾ ਕਿ ਟ੍ਰੇਨਿੰਗ ਦਾ, ਹੁਣ ਸਾਡਾ ਇਹ ਹੋ ਰਿਹਾ 10, 11 ਤੇ 12 ਫਰਵਰੀ ਨੂੰ ਹੋਊਗਾ ਅੱਗੇ ਜੀ। ਤਾਂ ਇਹਦੀ ਅਸੀਂ ਡੇਟ ਫਿਕਸ ਕਰਤੀ ਤੇ ਅਸੀਂ 10 ਬੈਚ ਤੋਂ ਪਹਿਲਾਂ ਕੱਢ ਚੁੱਕੇ ਹਾਂ ਜੀ। ਸਾਡੇ ਕੋਲੇ 10 ਬੈਚਾਂ ਦੇ ਵਿੱਚ ਕਦੇ ਵੀ ਸਾਡੇ ਕੋਲ 40 ਫਾਰਮਰ ਤੋਂ ਘੱਟ ਫਾਰਮਰ ਨਹੀਂ ਹੋਏ। ਔਰ ਸਾਡੇ ਕੋਲ ਨੇਪਾਲ ਸਾਈਡ ਦੇ ਸਾਡੇ ਫਾਰਮਰ ਵੀ ਆ ਕੇ ਟ੍ਰੇਨਿੰਗ ਲੈ ਕੇ ਆ ਕੇ। ਅੱਛਾ ਜੀ। ਕਿਉਂਕਿ ਸਾਰਾ ਸਾਡਾ YouTube ਚੈਨਲ ਤੇ ਵੀ ਲੋਕ ਦੇਖਦੇ, ਸਾਡੀ ਜਿਹੜੀ ਐਕਟੀਵਿਟੀ ਦੇਖਦੇ ਰਹਿੰਦੇ ਆ, ਤਾਂ ਲੋਕ ਸਾਰੇ ਫਾਰਮਰ ਨੂੰ ਪਤਾ ਜੀ ਵੀ ਅਸੀਂ ਕਿਸ ਤਰੀਕੇ ਦਾ, ਕਿਹੜੇ ਲੈਵਲ ਤੇ ਅਸੀਂ ਕੰਮ ਕਰ ਰਹੇ ਹਾਂ। ਤਾਂ ਉਸ ਤਰੀਕੇ ਨਾਲ ਕੀ ਲੋਕ ਸਾਡੀ ਨੌਲੇਜ ਤੋਂ ਇੰਪ੍ਰੈਸ ਹੋ ਕੇ ਸਾਤੋਂ ਟ੍ਰੇਨਿੰਗ ਬਹੁਤ ਸਾਰੇ 10 ਬੈਚਾਂ ਦੇ ਵਿੱਚ ਅਸੀਂ ਘੱਟੋ ਘੱਟ ਵੀ 350-400 ਬੰਦੇ ਨੂੰ ਅਸੀਂ ਟ੍ਰੇਨਿੰਗ ਅਸੀਂ ਦੇ ਚੁੱਕੇ ਹਾਂ ਤੋਂ ਪਹਿਲਾਂ ਜੀ। ਜਿਸ 'ਚ ਕਿ ਬਹੁਤ ਸਾਰੇ ਸਾਡੇ ਇਹੋ ਜਿਹੇ ਫਾਰਮਰ ਹੈਗੇ ਜਿਹੜੇ ਕਿ ਅਗਰ ਆਪਾਂ MP ਸਾਈਡ ਗੱਲ ਕਰੀਏ, ਕਰਨਾਟਕਾ ਦੀ ਗੱਲ ਕਰੀਏ, ਬੈਂਗਲੌਰ, ਠੀਕ ਹੈ, ਔਰ ਉਸ ਤੋਂ ਬਾਅਦ ਇੱਧਰ ਅਸੀਂ UP ਦੇ ਵਿੱਚ ਗੱਲ ਕਰੀਏ, ਬਹੁਤ ਸਾਡੇ ਸਾਰੇ ਫਾਰਮਰ ਸਕਸੈਸਫੁਲ ਫਾਰਮਰ ਜਿਹੜੇ ਕਿ ਬਹੁਤ ਵਧੀਆ ਤਰੀਕੇ ਨਾਲ ਬੀਟਲ 'ਤੇ ਕੰਮ ਕਰ ਰਹੇ ਆ ਅੱਜ ਦੇ ਟਾਈਮ ਦੇ ਵਿੱਚ। ਤਾਂ ਇਹ ਸਰਕਾਰੀ ਸਰਟੀਫਿਕੇਟ ਦੀ ਸ਼ੁਰੂਆਤ ਬਸ ਉੱਥੇ ਹੀ ਹੋਈ ਸਾਨੂੰ, ਕਿਉਂਕਿ ਸਾਡੇ ਜਿਹੜੇ ਆਪਣੇ ਲੋਕਲ ਇੱਥੋਂ ਸੀਗੇ ਆਪਣੇ ਆਪਣਾ ਕ੍ਰਿਸ਼ੀ ਵਿਗਿਆਨ ਕੇਂਦਰ ਸਿਰਸਾ ਵਾਲੇ, ਤਾਂ ਉਹਨਾਂ ਨੇ ਵੀ ਸਾਡਾ ਫਾਰਮ ਵਿਜ਼ਿਟ ਕੀਤਾ। ਤਾਂ ਉਹਨਾਂ ਨੇ ਵੀ ਸਾਨੂੰ ਟ੍ਰੇਨਿੰਗ ਸਾਨੂੰ ਕੀਤਾ, ਤੁਸੀਂ ਟ੍ਰੇਨਿੰਗ ਕਰਵਾਓ, ਤੁਹਾਡੇ ਲਈ ਵਧੀਆ ਓਪਰਚੁਨਿਟੀ ਹੈ। ਠੀਕ ਹੈ। ਤਾਂ ਹੀ ਅਸੀਂ ਬਸ ਟ੍ਰੇਨਿੰਗ ਸਰਕਾਰੀ ਸਰਟੀਫਿਕੇਟ ਸਾਨੂੰ ਅਸੀਂ ਅਪਰੂਵ ਕਰਾਉਣੇ ਫਾਰਮਰ ਲਈ, ਕੋਈ ਵੀ ਫਾਰਮ, ਔਰ ਆਲ ਓਵਰ ਇੰਡੀਆ ਸਾਡਾ ਸਰਟੀਫਿਕੇਟ ਜਿਹੜਾ ਚੱਲਦਾ। ਠੀਕ ਹੈ ਜੀ। ਕੋਈ ਸਰਕਾਰ ਦੀ, ਕੋਈ ਸੈਂਟਰ ਦੀ, ਕੋਈ ਸਬਸਿਡੀ ਨੂੰ ਲੈ ਕੇ ਜਾਂ ਕੋਈ ਲੋਨ ਨੂੰ ਲੈ ਕੇ ਕੋਈ ਸਕੀਮ ਹੁੰਦੀ ਆ, ਕੋਈ ਫਾਰਮਰ ਲੋਨ ਲੈਣਾ ਚਾਹੁੰਦਾ, ਤਾਂ ਉੱਥੇ ਉਹ ਸਰਟੀਫਿਕੇਟ ਸਾਡਾ ਵੈਲਿਡ ਹੁੰਦਾ ਪੂਰਾ। ਠੀਕ ਹੈ। ਬਾਕੀ ਵਾਲਾ ਸੰਪਰਕ ਬਣਾਉਂਦਾ ਵੀ ਹੋਊਗਾ। ਹਾਂਜੀ। ਠੀਕ ਹੈ। ਤੇ ਬਾਈ ਜੀ ਇਸ ਤਰ੍ਹਾਂ ਦੱਸੋ ਵੀ ਫਿਰ ਇਸ ਕਿੱਤੇ ਦੇ ਵਿੱਚ ਹਨਾ ਕਮਾਈ ਕਿਵੇਂ ਹੋ ਸਕਦੀ ਹੈਗੀ? ਕਿੰਨੇ ਚਿਰ ਬਾਅਦ ਕਮਾਈ ਸ਼ੁਰੂ ਹੁੰਦੀ ਹੈਗੀ? ਵੱਡੀ ਗੱਲ ਇਹ ਆ, ਦੇਖੋ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹੀ ਹੈ ਜੀ ਕਿ ਮੇਨ ਗੱਲ ਆ ਕੇ ਇੱਥੇ ਰੁਕ ਜਾਂਦੀ ਆ ਕੇ ਕਿ ਫਾਰਮ ਹਰ ਕੋਈ ਕਰ ਲੈਂਦਾ, ਲੇਕਿਨ ਬੰਦੇ ਨੂੰ ਇਹ ਨਹੀਂ ਪਤਾ ਲੱਗਦਾ ਕਿ ਮਾਰਕੀਟਿੰਗ ਆਪਾਂ ਕਿਵੇਂ ਕਰਨੀ ਹੈ। ਠੀਕ ਹੈ ਜੀ। ਹੁਣ ਇਹਦੇ ਵਿੱਚ ਕੀ ਸਿਸਟਮ ਹੁੰਦਾ ਜੀ ਕਿ ਸਭ ਤੋਂ ਪਹਿਲੀ ਗੱਲ ਤਾਂ ਅਗਰ ਆਪਾਂ ਦੇਖੀਏ ਇੱਕ ਪੋਜ਼ਿਟਿਵ ਵੇ ਨਾਲ ਆਪਾਂ ਨੂੰ ਸੋਚਣਾ ਹੈ ਕਿ ਅਗਰ ਆਪਾਂ ਦੇਖੀਏ ਕਿ ਜਿਹੜਾ ਬੱਕਰੀ ਫਾਰਮ ਹੈ ਇੱਕ ਲਾਈਵ ਸਟਾਕ ਹੈ ਜੀ, ਜਿਹਦਾ ਕੀ ਆ ਟ੍ਰੈਂਡ ਹੈ। ਸਭ ਤੋਂ ਪਹਿਲਾਂ ਤਾਂ ਆਪਣੇ ਦਿਮਾਗ 'ਚ ਆਪਾਂ ਨੂੰ ਇਹ ਗੱਲ ਕੱਢ ਦੇਣੀ ਚਾਹੀਦੀ ਕਿ ਇਹਦਾ ਟ੍ਰੈਂਡ ਵੀ ਕਦੇ ਵੀ ਨਹੀਂ ਖਤਮ ਹੋ ਸਕਦਾ, ਕਦੇ ਵੀ, ਕਿਉਂਕਿ ਲਾਈਵ ਸਟਾਕ ਕਰੀਏ ਅਸੀਂ ਡੇਲੀ ਖਪਤ ਹੈ। ਦੇਖੋ ਚਲੋ ਆਪਾਂ ਨਸਲ ਤੇ ਕੰਮ ਕਰ ਰਹੇ ਹਾਂ, ਐਕਚੁਅਲ ਦੇ ਵਿੱਚ ਜਿਹੜਾ ਅਖੀਰ ਇਹਦਾ ਉਹ ਆਉਣਾ ਤਾਂ ਇਹਦੇ ਮੀਟ ਦੇ ਕੰਮ ਹੀ ਆ। ਠੀਕ ਹੈ ਜੀ। ਠੀਕ ਆ।
ਬਟ ਇਹ ਚੀਜ਼ ਦਾ ਜਿਹੜਾ ਟ੍ਰੈਂਡ ਹੈ, ਸਕੋਪ ਹੈ, ਇਹਦਾ ਕਦੇ ਵੀ ਖਤਮ ਨਹੀਂ ਹੋ ਸਕਦਾ, ਕਿਉਂਕਿ ਅੱਜ ਦੇਖੀਏ ਆਪਾਂ ਬੀਟਲ ਦੀ ਡਿਮਾਂਡ ਡੇ ਬਾਏ ਡੇ ਵੱਧਦੀ ਜਾ ਰਹੀ ਹੈ ਜੀ। ਕਿਉਂਕਿ ਬੀਟਲ ਬੱਕਰੀ ਪਿਓਰ ਨਸਲ ਦੇ ਵਿੱਚ ਬਹੁਤ ਘੱਟ ਰਹਿ ਗਈ, ਲੋਕਾਂ ਨੂੰ ਮਿਲ ਨਹੀਂ ਰਹੀ ਕਿਤੋਂ ਵੀ। ਤਾਂ ਟ੍ਰੈਂਡ ਇਹਦਾ ਕਦੇ ਖਤਮ ਨਹੀਂ ਹੋ ਸਕਦਾ, ਪਹਿਲੀ ਗੱਲ। ਦੂਸਰੀ ਗੱਲ ਜਿਹੜਾ ਕਿ ਕਮਾਈ ਬੱਕਰੀ ਆਪਾਂ ਤੁਹਾਨੂੰ ਤਰੀਕੇ ਨਾਲ ਦੇ ਸਕਦੇ ਜੀ। ਹੁਣ ਸਾਡੇ ਫਾਰਮਰ ਆਪਾਂ ਨੂੰ ਹੌਲੀ ਹੌਲੀ ਉਹ ਚੀਜ਼ਾਂ ਵੱਲ ਜਾਣਾ ਪਊਗਾ, ਜਿਵੇਂ ਕਿ ਸਾਡੇ ਬੰਗਲੌਰ ਦੇ ਫਾਰਮਰ ਉਹ ਬੱਕਰੀ ਦੇ ਇਕੱਲਾ ਦੁੱਧ ਤੇ ਪ੍ਰੋਡਕਟ ਤੇ ਕੰਮ ਕਰ ਰਹੇ ਆ ਜੀ। ਠੀਕ ਹੈ, ਉਹਨਾਂ ਕੋਲੇ 500 ਬੱਕਰੀ ਦਾ ਉਹਨਾਂ ਕੋਲ ਫਾਰਮ ਹੈ। ਠੀਕ ਹੈ, ਉਹਨਾਂ ਨੇ 1 ਕਰੋੜ ਰੁਪਇਆ ਘੱਟੋ ਘੱਟ ਆਪਣੇ ਫਾਰਮ ਦੇ ਸੈਟਅਪ ਤੇ ਹੀ ਲਾਇਆ ਹੋਇਆ, ਬਹੁਤ ਵੱਡਾ ਸੈਟਅਪ ਬਣਾਇਆ ਜੀ। ਤੇ ਉਹ ਬੱਕਰੀ ਦੇ ਦੁੱਧ ਦੇ ਪ੍ਰੋਡਕਟ ਦੇ ਕੰਮ ਕਰ ਰਹੇ ਆ। ਉੱਥੇ ਉਹ ਬੱਕਰੀ ਦੁੱਧ 300 ਰੁਪਏ ਲੀਟਰ ਦੁੱਧ ਹੀ ਵੇਚ ਰਹੇ ਆ। ਠੀਕ ਹੈ। ਹੋਰ ਪ੍ਰੋਡਕਟ ਵੀ ਬੱਕਰੀ ਦੇ ਬਹੁਤ ਸਾਰੇ ਨੇ ਦੁੱਧ ਦੇ, ਜਿਹੜੇ ਤਿਆਰ ਕਰਕੇ, ਜਿਵੇਂ ਗੋਟ ਮਿਲਕ ਯੋਗਰਟਸ ਹੋ ਗਿਆ, ਫੈਟਾ ਚੀਜ਼ ਹੋ ਗਿਆ, ਔਰ ਫਲੇਵਰਡ ਆਈਸਕ੍ਰੀਮ ਹੋ ਗਈ ਗੋਟ ਮਿਲਕ ਦੀ, ਤੇ ਚੀਜ਼ਾਂ ਤੇ ਬਹੁਤ ਵਧੀਆ ਤਰੀਕੇ ਨਾਲ ਕੰਮ ਕਰ ਰਹੇ ਆ। ਤਾਂ ਪਹਿਲੀ ਗੱਲ ਤਾਂ ਦੇਖੋ ਜਿਹੜੀ ਬੀਟਲ ਆ ਉਹ 3 ਤਰੀਕੇ ਦਾ ਆਪਾਂ ਨੂੰ ਕੰਮ ਦੇ ਸਕਦੀ ਹੈ ਜੀ। ਦੂਸਰਾ ਹੈਗਾ ਮੀਟ ਦਾ ਜੀ। ਦੇਖੋ ਆਪਾਂ ਨੂੰ ਪਤਾ ਹੀ ਹੈ ਕਿ ਬੱਕਰੇ ਦਾ ਮੀਟ ਆਪਾਂ ਦੇਖੀਏ ਤਾਂ ਕਿੰਨਾ ਫੇਮਸ ਹੈ, ਹਰ ਕੋਈ ਬੰਦਾ ਚਾਹ ਕੇ ਖਾਂਦਾ ਇਸ ਚੀਜ਼ ਨੂੰ, ਹਨਾ। ਤਾਂ ਮੀਟ ਤੋਂ ਤੀਸਰਾ ਆ ਗਿਆ ਬਰੀਡ। ਅਗਰ ਆਪਾਂ ਨਸਲ ਦੇ ਵਿੱਚ ਕੰਮ ਕਰਾਂਗੇ, ਚੰਗੀ ਚੀਜ਼ ਆਪਣੇ ਕੋਲੇ ਹੋਊਗੀ ਤਾਂ ਆਪਣੇ ਘਰ ਤੋਂ ਸੇਲ ਹੋਊਗੀ, ਆਪਾਂ ਨੂੰ ਕਦੇ ਮੰਡੀਆਂ ਵਗੈਰਾ ਵਿੱਚ ਜਾਣ ਦੀ ਜ਼ਰੂਰਤ ਨਹੀਂ ਪੈਂਦੀ ਜੀ। ਅਗਰ ਫਾਰਮ ਨੂੰ ਪਤਾ ਆਪਣੇ ਕੋਲੇ ਕੀ ਕੁਆਲਿਟੀ, ਆਪਾਂ ਕਿਸ ਲੈਵਲ ਦਾ ਕੰਮ ਕਰ ਰਹੇ ਹਾਂ, ਤਾਂ ਆਪਣੀ ਚੀਜ਼ ਇੱਥੋਂ ਆਪਣੀ ਸੇਲ ਹੋਣੀ ਆ ਉਹ ਜੀ। ਤਾਂ ਮਾਰਕੀਟਿੰਗ ਦੇ ਵਿੱਚ ਕੀ ਦੇਖਿਆ ਜਾਵੇ, ਅਗਰ ਬੱਚਿਆਂ ਦੀ ਬੀਟਲ ਦੇ ਅਗਰ ਸੋਹਣੀ ਨਸਲ ਤੇ ਆਪਾਂ ਕੰਮ ਕਰਦੇ ਹਾਂ, ਅੱਛਾ ਆਪਣੇ ਕੋਲ ਬਰੀਡਰ ਹੈ, ਅੱਛੀ ਆਪਾਂ ਬੱਕਰੀਆਂ ਬਲੱਡ ਲਾਈਨ ਦੀਆਂ ਰੱਖੀਆਂ ਹੋਈਆਂ ਨੇ, ਤਾਂ ਜਿਹੜੇ ਬੱਚੇ ਆਪਣੇ ਉਹ ਹੱਥੋਂ ਹੱਥ ਸੇਲ ਹੁੰਦੇ ਹੈਗੇ ਜੀ। ਕਦੇ ਵੀ ਡਿਮਾਂਡ ਨਹੀਂ ਪੂਰੀ ਹੋ ਸਕਦੀ, ਕਿਉਂਕਿ ਸਾਡੇ ਕੋਲੇ ਐਡਵਾਂਸ ਦੇ ਵਿੱਚ ਬੱਚਿਆਂ ਦੀ ਬੁਕਿੰਗ ਹੁੰਦੀ ਆ ਜੀ। ਜੋ ਵੀ ਫਾਰਮਰ ਲੈਣਾ ਚਾਹੁੰਦੇ ਹੁੰਦੇ ਆ ਸਾਡੇ ਕੋਲ ਪਹਿਲਾਂ ਹੀ ਐਡਵਾਂਸ ਆ ਕੇ ਵੀ ਸਾਨੂੰ ਦਿਓ ਸਾਨੂੰ ਦਿਓ। ਹੁਣ ਸਾਡੇ ਕੀ ਜਿਹੜੇ ਬੱਚੇ ਸਾਡੇ ਕੋਲੇ ਆਹ ਹੈਗੇ ਸਾਰੇ ਛੋਟੇ ਬੱਚੇ ਆ, ਹੁਣ ਅਸੀਂ ਫਰਵਰੀ ਜਾਂ ਮਾਰਚ ਦੇ ਅਖੀਰ ਦੇ ਵਿੱਚ ਇਹਨਾਂ ਨੂੰ ਸੇਲ ਕਰਾਂਗੇ ਜੀ। ਠੀਕ ਹੈ, ਤਾਂ ਉਦੋਂ ਸਾਡੇ ਮਾਰਕੀਟਿੰਗ ਦੀ ਕੋਈ ਪ੍ਰੋਬਲਮ ਹੀ ਹੈ ਨਹੀਂ ਇਹਦੇ ਵਿੱਚ ਜੀ। ਕਿਉਂਕਿ ਅਗਰ ਆਪਣੇ ਕੋਲ ਅੱਛੀ ਕੁਆਲਿਟੀ ਦਾ ਆਪਾਂ ਕਰਾਂਗੇ, ਕੁਝ ਲੋਕ ਪਤਾ ਕੀ ਹੁੰਦੇ ਆ ਵੀ ਲੋਕਾਂ ਦੇ ਗੱਲਾਂ ਦੇ ਵਿੱਚ ਆ ਕੇ ਕਹਿੰਦੇ ਵੀ ਯਾਰ ਵਿਕਦਾ ਨਹੀਂ ਆਪਣਾ ਤਾਂ, ਆਪਾਂ ਚੀਜ਼ ਕੀ ਹੈ ਵੇਚੋ ਵੇਚੋ, ਚਲੋ ਆਪਾਂ ਨੂੰ ਯਾਰ ਸਿਸਟਮ ਆਪ ਨੂੰ ਬੰਦਾ ਮਸਾਂ ਗਾਹਕ ਆਇਆ, ਆਪਾਂ ਕੀ ਇਹ ਚੀਜ਼ ਨੂੰ ਸਸਤੀ ਕਰਕੇ ਦੇ ਦਿੰਦੇ ਆਪਾਂ ਵੇਚਣ ਦੇ ਮਾਰੇ। ਲੇਕਿਨ ਉੱਥੇ ਕਿ ਆਪਾਂ ਨੂੰ ਇਹ ਚੀਜ਼ ਧਿਆਨ 'ਚ ਰੱਖਣੀ ਚਾਹੀਦੀ ਹੈ ਕਿ ਅਗਰ ਆਪਣੀ ਅੱਜ ਨਾ ਵਿਕੀ ਠੀਕ ਹੈ ਤਾਂ ਸਾਲ ਬਾਅਦ ਵਿਕੂ, 6 ਮਹੀਨਿਆਂ ਬਾਅਦ ਵਿਕ ਜੂਗੀ। ਲੇਕਿਨ ਅਗਰ ਆਪਾਂ ਦੇਖੀਏ ਤਾਂ ਰੇਟ ਵੀ ਤਾਂ ਡਬਲ ਹੋਊਗਾ ਨਾ। ਹਾਂ, ਕਿਉਂਕਿ ਇਹ ਜਾਨਵਰ ਇਹੋ ਜਿਹਾ ਕਿ ਓਵਰਵੇਟ ਵੀ ਹੋਊਗਾ, ਜਿਵੇਂ ਪੋਲਟਰੀ ਵਿੱਚ ਆਪਾਂ ਦੇਖੀਏ ਤਾਂ ਓਵਰ ਫੀਡ ਖਵਾਵਾਂਗੇ ਤਾਂ ਆਪਣਾ ਖਰਚਾ ਖਾਊਗਾ। ਹੁਣ ਅਸੀਂ ਆਪਾਂ ਐਗਜ਼ਾਮਪਲ ਲਾ ਕੇ ਚੱਲੀਏ, ਇਹ ਧੰਦਾ ਕਿਉਂ ਨਹੀਂ ਫੇਲ ਹੋ ਸਕਦਾ ਵੀ ਲੋਕਡਾਊਨ ਦਾ ਕੰਮ ਸੀਗਾ। ਲੋਕਡਾਊਨ ਦੇ ਵਿੱਚ ਸਾਨੂੰ ਜਿਹੜੇ ਬੱਕਰੀ ਪਾਲਕ ਕੋਈ ਵੀ ਹੈ ਜਿਹੜੇ ਕੰਮ ਕਰ ਰਹੇ ਆ, ਉਹਨੂੰ ਕਦੇ ਫੀਲ ਹੀ ਨਹੀਂ ਹੋਇਆ ਹੋਣਾ ਕਿ ਲੋਕਡਾਊਨ ਲੱਗਿਆ ਹੋਇਆ। ਠੀਕ ਹੈ ਜੀ। ਕਿਉਂਕਿ ਨਾ ਤਾਂ ਦੇ ਵਿੱਚ ਸਾਨੂੰ ਫੀਡ ਦੀ ਕੋਈ ਪ੍ਰੋਬਲਮ ਆਈ। ਅਗਰ ਸਾਡੇ ਕੋਲ ਬੱਕਰੀਆਂ ਸੂਈ ਵੀ ਗਈਆਂ ਲੋਕਡਾਊਨ ਦੇ ਵਿੱਚ, ਤਾਂ ਅਸੀਂ ਬੱਚੇ ਨੂੰ ਬਹੁਤ ਤਰੀਕੇ ਨਾਲ ਸਾਂਭ ਲਿਆ। ਜੋ ਲੋਕਡਾਊਨ ਖੁੱਲ ਗਿਆ, ਉਹ ਬੱਚਿਆਂ ਦੀ ਉਮਰ ਕਿੰਨੀ ਵੱਡੀ ਹੋ ਚੁੱਕੀ ਸੀਗੀ ਉਦੋਂ, ਸਹੀ ਗੱਲ, ਉਹ ਡਬਲ ਰੇਟ ਹੋ ਗਏ ਉਹਨਾਂ ਦੇ, ਚੀਜ਼ ਦੀ ਡਿਮਾਂਡ ਵੱਧ ਗਈ। ਬੱਕਰੀ ਦਾ ਮੀਟ ਵੀ ਜਿਹੜਾ ਬੱਕਰੀ ਦਾ ਲੋਕਡਾਊਨ ਦੇ ਵਿੱਚ ਮਹਿੰਗਾ ਹੋਇਆ ਅਗਰ ਆਪਾਂ ਦੇਖੀਏ ਤਾਂ। ਲੋਕਡਾਊਨ ਦੇ ਵਿੱਚ ਸਭ ਤੋਂ ਵੱਡੀ ਗੱਲ ਕਿ ਇਹਨੂੰ ਕੋਈ ਫੀਡ ਦੀ ਸਮੱਸਿਆ ਨਹੀਂ ਹੈਗੀ। ਅਗਰ ਆਪਣੇ ਕੋਲੇ ਬਿਲਕੁਲ ਹੀ ਕੰਮ ਅੜ ਗਿਆ ਤਾਂ ਆਪਾਂ ਨੂੰ ਬਾਹਰ ਗਰੇਜ਼ਿੰਗ ਤੇ ਲੈ ਜਾਓ ਜੀ, ਬਾਹਰ ਚਰਾ ਲਿਓ ਜਾ ਕੇ, ਕਿਉਂਕਿ ਬੱਕਰੀ ਕਹਿ ਜਾਨਵਰ ਆਪਾਂ ਖੁਦ ਆਪ ਵੀ ਅਗਰ ਆਪਾਂ ਨੂੰ ਲੈ ਕੇ ਜਾਵਾਂਗੇ ਬਾਹਰ, ਖੁਦ ਆਪਣਾ ਆਪ ਪੇਟ ਭਰ ਸਕਦਾ। ਠੀਕ ਹੈ, ਠੀਕ ਹੈ, ਤੇ ਇਹਨੂੰ ਆਪਾਂ ਖਵਾਉਣ ਦੀ ਲੋੜ ਨਹੀਂ ਹੈਗੀ। ਤਾਂ ਇਹ ਚੀਜ਼ਾਂ ਵਿੱਚ ਕੁਝ ਪਲੱਸ ਪੁਆਇੰਟ ਬਹੁਤ ਸਾਰੇ ਨੇ ਇਹਦੇ, ਕੋਈ ਇਹ 'ਚ ਵਾਇਰਸ ਦਾ ਕੋਈ ਸਿਸਟਮ ਨਹੀਂ ਹੈਗਾ, ਤਾਂ ਕੋਈ ਇਹਦਾ ਮੀਟ ਦਾ ਇਹਦਾ ਸ਼ੁੱਧ ਆਰਗੈਨਿਕ ਹੈ, ਦੁੱਧ ਸਭ ਤੋਂ ਵਧੀਆ ਬੱਕਰੀ ਦਾ ਮੰਨਿਆ ਗਿਆ ਹੈਗਾ, ਤੇ ਨਸਲ ਦੇ ਵਿੱਚ ਤਾਂ ਆਪਾਂ ਨੂੰ ਚੀਜ਼ ਡਿਮਾਂਡ ਹੋਣੀ ਚੀਜ਼ ਦੀ ਬੀਟਲ ਦੀ, ਆਪਣੀ ਪੰਜਾਬ ਦੀ ਨਸਲ ਹੈ। ਬਈ ਆਪਾਂ ਬੀਟਲ ਬਾਰੇ ਹੀ ਗੱਲ ਕਰ ਰਹੇ ਹਾਂਗੇ, ਤੁਹਾਨੂੰ ਕੀ ਲੱਗਦਾ ਹੈਗਾ ਵੀ ਬੀਟਲ ਜਿਹੜੀ ਬੱਕਰੀ ਆ ਨਾ, ਜਾਂ ਸੁਜੈਸ਼ਨ ਤੁਹਾਡੀ ਸਲਾਹ ਕੀ ਰਹਿੰਦੀ ਹੈ ਵੀ ਇਸ ਬਰੀਡ ਤੇ ਹੀ ਕੰਮ ਕਰਨਾ, ਜਾਂ ਕਿਉਂਕਿ ਨਸਲਾਂ ਤਾਂ ਹੋਰ ਵੀ ਬਹੁਤ ਨੇਗੀਆਂ ਹੋਰ ਸਟੇਟਾਂ ਦੀਆਂ ਨਾ? ਜੀ ਦੇਖੋ, ਜਿੱਥੋਂ ਤੱਕ ਅਸੀਂ ਸਟੱਡੀ ਕੀਤਾ ਇਸ ਬਰੀਡ ਬਾਰੇ, ਕਿਉਂਕਿ ਇਹ ਇੱਕ ਵੱਡੀ ਬਰੀਡ ਆ ਗਈ ਇੰਡੀਆ ਦੇ ਵਿੱਚ, ਜਿੰਨੀਆਂ ਵੀ ਰਜਿਸਟਰ ਬਰੀਡਸ ਹੈ ਉਹਨਾਂ ਦੇ ਵਿੱਚੋਂ ਬੀਟਲ ਇੱਕ ਇਹੋ ਜਿਹੀ ਬਰੀਡ ਹੈ ਜਿਹਨੂੰ ਆਪਾਂ 3 ਪਰਪਸ ਲਈ ਯੂਜ਼ ਕਰ ਸਕਦੇ ਹੈਗੇ, ਮਿਲਕ, ਮੀਟ ਤੇ ਬਰੀਡ ਲਈ ਜੀ। ਤੇ ਇੱਕ ਇਹਦਾ ਇਹ ਵੀ ਦੇਖਿਆ ਹੈਗਾ, ਜਿਵੇਂ ਅਸੀਂ ਸਪਲਾਈ ਕੀਤਾ ਮਾਲ ਪੂਰੇ ਇੰਡੀਆ ਦੇ ਵਿੱਚ, ਕਈ ਸਟੇਟਾਂ ਦੇ ਵਿੱਚ ਦੇਖੀਏ, ਸਾਊਥ ਇੰਡੀਆ ਦੇ ਵਿੱਚ ਵੀ ਤੇ ਹੋਰ ਵੀ, ਤੇ ਉੱਥੇ ਜ਼ਿਆਦਾਤਰ ਇਸ ਨਸਲ ਦੀ ਮਤਲਬ ਕੋਈ ਵੀ ਐਸੀ ਕੰਪਲੇਂਟ ਨਹੀਂ ਆਈ ਆਪਾਂ ਨੂੰ ਕਿ ਜਾ ਕੇ ਉੱਥੇ ਜ਼ਿਆਦਾ ਬੱਕਰੀਆਂ ਬਿਮਾਰ ਹੋ ਗਈਆਂ ਹੋਣ ਜਾਂ ਡੈਡ ਹੋ ਗਈਆਂ ਹੋਣ, ਕਿਉਂਕਿ ਜਿਹਦੀ ਇਮਿਊਨਿਟੀ ਪਾਵਰ ਹੈਗੀ ਬੀਟਲ ਨਸਲ ਦੀ ਦੂਜੀਆਂ ਨਸਲਾਂ ਦੇ ਮੁਕਾਬਲੇ ਮੈਂ ਦੇਖਿਆ ਵੀ ਕਾਫੀ ਸਟਰੋਂਗ ਹੈ। ਦੇ ਦੁੱਧ ਪੱਖੋਂ, ਹਾਂ, ਦੁੱਧ ਪੱਖੋਂ ਵੀ ਦੇਖੀਏ ਤਾਂ ਜੇ ਦੂਸਰੀ ਬਰੀਡ ਦੀ ਮਤਲਬ ਕਪੈਸਿਟੀ ਰਹਿੰਦੀ ਹੈਗੀ 2-2.5 ਲੀਟਰ ਮੈਕਸਿਮਮ, ਤਾਂ ਇਹ 4 ਲੀਟਰ ਤੱਕ ਵੀ ਇਹਦੀ ਕਪੈਸਿਟੀ ਹੈਗੀ ਆ ਚੰਗੀ ਖੁਰਾਕ ਤੇ ਦੁੱਧ ਦੇਣ ਦੀ। ਜ਼ਿਆਦਾ ਦੁੱਧ ਪ੍ਰੋਡਿਊਸ ਕਰਨ ਵਾਲੀ ਇਹੀ ਨਸਲ ਹੈਗੀ ਜ਼ਿਆਦਾ, ਕਿਉਂਕਿ ਇਹਦਾ ਬਾਡੀ ਸਟਰਕਚਰ ਵੱਡਾ ਹੋਣ ਕਰਕੇ ਇਹਦੇ ਬੱਕਰੇ ਦੇਖਿਆ ਕਿ ਕੁਰਬਾਨੀ ਦੇ ਟਾਈਮ ਬਹੁਤ ਜ਼ਿਆਦਾ weight ਗੇਨ ਕਰਦੇ ਹੈਗੇ। ਆਪਾਂ ਦੇਖੀਏ ਕੁਆਂਟਲ 1.5 ਕੁਆਂਟਲ ਤੱਕ ਦੇ ਬੱਕਰੇ ਬੀਟਲ ਦੇ ਖੱਸੀ ਤਿਆਰ ਹੋ ਜਾਂਦੇ ਹੈਗੇ ਜੀ। ਬਾਕੀ ਹੋਰ ਨਸਲਾਂ ਵੀ ਹੈਗੀਆਂ,
ਪਰ ਜੇ ਇਹਦੀ ਗੱਲ ਕਰੀਏ ਮੀਟ ਲਈ ਵੀ ਚੰਗੀ ਹੈ, ਦੁੱਧ ਲਈ ਵੀ ਚੰਗੀ ਹੈ ਤੇ ਬਰੀਡ ਵੀ ਪ੍ਰੋਡਿਊਸ ਕਰਦੀ ਹੈ ਤਾਂ ਵਧੀਆ ਕੁਆਲਿਟੀ ਦੇ ਆਪਾਂ ਨੂੰ ਬੱਚੇ ਦਿੰਦੀ ਹੈ, ਜਿਨ੍ਹਾਂ ਦਾ ਕਿ ਮਾਰਕੀਟ ਪ੍ਰਾਈਸ ਅੱਜ ਬਹੁਤ ਵਧੀਆ ਚੱਲ ਰਿਹਾ ਹੈਗਾ ਜੀ। ਹਾਂ, ਇਹਦੀ ਲੋਕਲ ਵੀ ਤੇ ਅਦਰ ਸਟੇਟਾਂ ਦੇ ਵਿੱਚ ਵੀ ਮਾਰਕੀਟ ਬਹੁਤ ਚੰਗੀ ਹੈ, ਤਾਂ ਕਰਕੇ ਮਤਲਬ ਆਪਾਂ ਕਹਿੰਦੇ ਆ ਵੀ ਇਸ ਨਸਲ ਦੀ ਰੱਖਣ ਦੇ ਵਿੱਚ ਫਾਇਦਾ ਹੈਗਾ ਜੀ। ਤੁਸੀਂ ਫਿਰ ਇਹੀ ਸਲਾਹ ਦਿੰਦੇ ਹੋ ਕਿ ਬੀਟਲ ਤੇ ਹੀ ਕੰਮ? ਹਾਂਜੀ, ਲੋਕਲ ਜੇ ਕੋਈ ਆਪਣਾ ਪੰਜਾਬ, ਹਰਿਆਣਾ, ਰਾਜਸਥਾਨ ਦਾ ਕੋਈ ਵੀ ਫਾਰਮਰ ਹੈ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ ਤਾਂ ਬੀਟਲ ਤੋਂ ਕਰੇ, ਬਹੁਤ ਵਧੀਆ ਹੈਗਾ। ਤੇ ਤੁਸੀਂ ਬਾਈ ਜੀ ਕਿੱਥੇ ਤੱਕ ਮਤਲਬ ਕਿ ਆਪਣਾ ਬੀਟਲ ਦੇ ਜਾਂ ਬੱਕਰੀਆਂ ਲਾ ਲਓ, ਬੱਚੇ ਲਾ ਲਓ ਜਾਂ ਕੁਝ ਵੀ ਲਾ ਲਓ ਹਨਾ, ਕਿੱਥੇ ਤੱਕ ਤੁਸੀਂ ਭੇਜੇ ਨੇਗੇ ਜਾਨਵਰ, ਆਪਣੇ ਵੇਚੇ ਨੇਗੇ? ਆਪਾਂ ਦੇਖੋ ਪਿਛਲੇ ਮਤਲਬ ਸਾਲਾਂ ਤੋਂ ਜਿਹੜੇ ਮਾਰਕੀਟਿੰਗ ਕਰਦੇ ਆ ਰਹੇ ਆ ਤਾਂ ਕੱਲਾ ਹਿਲੀ ਸਟੇਸ਼ਨ ਛੱਡ ਕੇ ਉੱਤਰਾਖੰਡ, ਜੰਮੂ ਕਸ਼ਮੀਰ, ਇੱਧਰ ਜਿੱਥੇ ਕਿ ਇਹ ਨਹੀਂ ਸਰਵਾਈਵ ਕਰ ਸਕਦੀ ਜ਼ਿਆਦਾ ਠੰਡ ਦੇ ਵਿੱਚ, ਉਹ ਏਰੀਆ ਛੱਡ ਕੇ ਤਾਂ ਹਰ ਜਗ੍ਹਾ ਤੇ ਮਤਲਬ ਬੱਕਰੀ ਆਪਣੀ ਗਈ ਹੋਈ ਹੈ। ਪੱਛਮ ਬੰਗਾਲ, ਅਸਾਮ, ਕਰਨਾਟਕਾ, ਮਹਾਰਾਸ਼ਟਰਾ ਤੇ ਤਾਮਿਲਨਾਡੂ, ਕੰਨਿਆਕੁਮਾਰੀ ਦੇ ਵਿੱਚ, ਤੇ ਬਾਕੀ ਲੋਕਲ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਬਿਹਾਰ, ਇੱਥੋਂ ਤੱਕ ਤਾਂ ਸਪਲਾਈ ਆਪਣੀ ਲੋਕਲ ਹੋ ਹੀ ਜਾਂਦੀ ਹੈ ਜੀ। ਹਾਂਜੀ। ਸੰਦੀਪ ਬਾਈ ਜੀ ਨੇ ਵੀ ਕਾਫੀ ਚੰਗੀ ਜਾਣਕਾਰੀ ਦਿੱਤੀ ਕਿ ਇੱਥੇ ਬੱਕਰੀਆਂ ਭੇਜੀਆਂ ਨੇ। ਮੈਂ ਵੀਡੀਓ ਦੇ ਵਿੱਚ ਵੀ ਤੁਹਾਡੀਆਂ ਗੱਲਾਂ ਸੁਣੀਆਂ ਸੀ, ਅੱਜ ਇੱਥੇ ਜਮਾਂ ਤੁਹਾਡੇ ਕੋਲ ਖੜ ਕੇ ਸੁਣਨੀ ਚਾਹੁੰਦਾ ਵੀ ਤੁਸੀਂ ਬੱਕਰੀਆਂ ਬਾਹਰ ਵੀ ਭੇਜੀਆਂ ਸੀ, ਕਹਿਣ ਤੋਂ ਭਾਵ ਵੀ ਬਾਹਰਲੇ ਮੁਲਕ ਦੇ ਵਿੱਚ। ਹਾਂਜੀ, ਦੇਖੋ ਉਹੀ ਗੱਲ ਹੈ ਕਿ ਆਪਾਂ ਗੱਲ ਮਾਰਕੀਟਿੰਗ ਦੇ ਉੱਥੇ ਆ ਜਾਂਦੀ ਹੈ ਨਾ ਜੀ। ਵੀ ਮਾਰਕੀਟਿੰਗ ਇਹਦੀ ਕਰਨੀ, ਕੋਈ ਲੋਕ ਵੀ ਬੜਾ ਵੱਡਾ ਇਸ਼ੂ ਬਣਾ ਲੈਂਦੇ ਆ ਹਨਾ, ਕਿਉਂਕਿ ਇਹਦੇ ਵਿੱਚ ਦੇਖੋ ਅਗਰ ਆਪਾਂ ਆਪਣੇ ਕੰਮ ਦੇ ਵਿੱਚ ਆਪਾਂ ਲਗਨ ਨਾਲ ਲੱਗੇ ਰਹਿੰਦੇ ਆ ਤਾਂ ਆਪਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਆਪਣਾ ਕਸਟਮਰ ਕਿੱਥੋਂ ਦਾ ਜੇ। ਬਸ ਇੱਕ ਲੋੜ ਹੁੰਦੀ ਸਹਿਣਸ਼ੀਲਤਾ ਥੋੜੀ, ਕਿਉਂਕਿ ਆਪਣੇ ਲੋਕਾਂ ਦੇ ਵਿੱਚ ਥੋੜੀ ਸਹਿਣਸ਼ੀਲਤਾ ਬਹੁਤ ਘੱਟ ਹੈ। ਆਪਾਂ ਕਹਿੰਦੇ ਅੱਜ ਕੰਮ ਸ਼ੁਰੂ ਕਰ ਲਿਆ ਤੇ ਬਸ ਆਪਾਂ ਨੂੰ ਮਹੀਨੇ ਬਾਅਦ 6 ਮਹੀਨੇ ਬਾਅਦ ਸਾਨੂੰ ਕੀ ਪੈਸੇ ਆਉਣ ਲੱਗ ਗਏ ਵਾਧੂ ਸਾਰੇ, ਲੇਕਿਨ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ। ਬਿਜ਼ਨਸ ਸਟੈਂਡ ਕਰਦੇ ਘੱਟੋ ਘੱਟ 4-5 ਸਾਲ ਕੋਲ ਲੱਗਦੇ ਆ। ਲੇਕਿਨ ਉਹ ਸਾਡੇ ਨਾਲ ਇੱਕ ਹੋਇਆ ਸੀ ਸਿਸਟਮ, ਕਿਉਂਕਿ ਅਸੀਂ ਸੋਸ਼ਲ ਮੀਡੀਆ 'ਤੇ ਕਾਫੀ ਐਕਟੀਵੇਟ ਰਹਿੰਦੇ ਆ ਤਾਂ ਸਾਡੀਆਂ ਵੀਡੀਓਜ਼ ਵਗੈਰਾ ਦੇਖ ਕੇ ਸਾਡੇ ਕੋਲ ਇੱਕ ਫਾਰਮਰ ਆਏ ਵੀਅਤਨਾਮ ਦੇ, ਤਾਂ ਅਸੀਂ ਕੀ ਹੈ ਵੀਅਤਨਾਮ ਦੇ ਵਿੱਚ ਬਾਏ ਏਅਰ ਅਸੀਂ ਆਪਦੀਆਂ ਘੱਟੋ ਲੋਕਡਾਊਨ ਤੋਂ ਪਹਿਲਾਂ ਦੀ ਗੱਲ ਹੈ ਤਾਂ 100 ਬੱਕਰੀ ਅਸੀਂ ਬਾਹਰ ਵੀ ਐਕਸਪੋਰਟ ਕੀਤੀ ਸੀਗੀ ਆਪਣੀ ਬੀਟਲ ਨਸਲ, ਫੀਮੇਲ ਔਰ ਮੇਲ ਦੋਨੋਂ। ਠੀਕ ਹੈ। ਉੱਥੇ ਵੀ ਸਾਨੂੰ ਕੋਈ ਸਰਵਾਈਵ ਦੇ ਵਿੱਚ ਕੋਈ ਕੰਪਲੇਂਟ ਨਹੀਂ, ਉੱਥੇ ਸਕਸੈਸਫੁਲੀ ਰਨ ਕਰ ਰਹੀ ਹੈ ਉਹ ਬਰੀਡ, ਉੱਥੇ ਵਧੀਆ ਤਰੀਕੇ ਨਾਲ ਚੱਲ ਰਹੀ ਹੈ। ਠੀਕ ਹੈ ਜੀ। ਵੀਅਤਨਾਮ ਜਿਹੜਾ ਕਿ ਆਪਣੇ ਕੰਟਰੀ ਹੈ, ਚਾਈਨਾ ਦੇ ਨਾਲ ਲੱਗਦਾ ਉਹ, ਤਾਂ ਅਸੀਂ ਉੱਥੋਂ ਬਾਏ ਯਾਰ ਸਾਡੀਆਂ ਬੱਕਰੀਆਂ ਉੱਥੇ ਅਸੀਂ ਭੇਜੀਆਂ ਸੀਗੀਆਂ, ਕਿਉਂਕਿ ਗੱਲ ਆਉਂਦੀ ਹੈ ਵੀ ਉਹੀ ਕਸਟਮਰ ਪਤਾ ਨਹੀਂ ਕਿੱਥੋਂ ਦਾ ਸਾਡੇ ਕੋਲ ਆ ਜੇ, ਤਾਂ ਉਹ ਸਾਡੇ ਲਈ ਸਭ ਤੋਂ ਵੱਡਾ ਟਾਸਕ ਸੀਗਾ, ਕਿਉਂਕਿ ਉਹ ਹਰ ਚੀਜ਼ ਨਵਾਂ ਕੰਮ ਸੀਗਾ ਕਿ ਬੱਕਰੀ ਨੂੰ ਬਾਹਰ ਕਿਵੇਂ ਭੇਜਿਆ ਜਾ ਸਕਦਾ, ਵੀ ਕਿਵੇਂ ਭੇਜਣਾ, ਕਿੱਥੋਂ ਕਿਹਨੂੰ ਮਿਲਣਾ, ਕੀ ਸਿਸਟਮ ਕਰਨਾ। ਠੀਕ ਹੈ। ਤਾਂ ਉਹ ਸਾਨੂੰ ਪ੍ਰੋਸੈਸ ਕਰਨ ਦੇ ਘੱਟੋ ਘੱਟ ਸਾਨੂੰ 2 ਮਹੀਨੇ ਦਾ ਸਮਾਂ ਲੱਗਿਆ ਜੀ, ਕਿਉਂਕਿ ਦਿੱਲੀ ਗਏ, ਦਿੱਲੀ ਐਨੀਮਲ ਕੁਆਰੰਟਾਈਨ ਸੰਪਰਕ ਕੀਤਾ, ਉੱਥੇ ਫਿਰ ਅਸੀਂ 에ਅਰਪੋਰਟ ਦੇ ਵਿੱਚ ਸੰਪਰਕ ਕੀਤਾ ਵੀ ਕਿੱਦਾਂ ਭੇਜ ਸਕਦੇ ਹਾਂ, ਲੌਜਿਸਟਿਕ ਕੰਪਨੀਆਂ ਲੱਭੀਆਂ, ਕੌਣ ਉਹਨੂੰ ਰਿਸੀਵ ਕਰ ਸਕਦਾ, ਕਿੱਦਾਂ ਇਹਨੂੰ ਭੇਜਣਾ, ਕੀ ਕੀ ਕੰਡੀਸ਼ਨਸ ਨੇ 에ਅਰਲਾਈਨ ਦੀਆਂ, ਬਹੁਤ ਕੁਝ ਫੋਲੋ ਕਰਨਾ ਪੈਂਦਾ। ਉਹ ਸਾਡੇ ਲਈ ਬਹੁਤ ਵੱਡਾ ਟਾਸਕ ਸੀ, ਬਹੁਤ ਸਭ ਤੋਂ ਔਖਾ ਕੰਮ ਸੀਗਾ ਉਹ। ਠੀਕ ਹੈ। ਤਾਂ ਹੌਲੀ ਚਲੋ ਉਹ ਵੀ ਸਿਰੇ ਚਾੜਿਆ ਆਪਾਂ। ਫਿਰ ਉਹਨਾਂ ਦੇ ਜਾਨਵਰਾਂ ਦੇ ਸਰਟੀਫਿਕੇਟ ਵਗੈਰਾ ਵੀ ਲੱਗਦੇ ਹੋਣਗੇ ਜੀ, ਮੈਡੀਕਲ ਜੀ, ਹਰ ਚੀਜ਼ ਕੱਲਾ ਮੈਡੀਕਲ ਸਰਟੀਫਿਕੇਟ ਕੱਲੀ ਬੱਕਰੀ ਦਾ, ਔਰ ਪੂਰਾ ਵੈਕਸੀਨੇਸ਼ਨ ਰਿਕਾਰਡ ਜਿਹੜੀ ਨੂੰ ਲੱਗਦੀ ਹੈ, ਹਰ ਚੀਜ਼ ਦਾ ਡਿਵਰਮਿੰਗ ਰਿਕਾਰਡ ਆਪਾਂ ਨੂੰ ਰੱਖਣਾ ਪੈਂਦਾ। ਠੀਕ ਹੈ। ਔਰ ਜਾਨਵਰ ਦੇ ਕਿਤੇ ਵੀ ਅਗਰ ਸਿੰਗਲ ਬੋਡੀ ਤੇ ਵੀ ਕਿਤੇ ਦਾਗ ਆ ਗਿਆ, ਥੋੜਾ ਜਿਹਾ ਵੀ ਕਿਤੇ ਕੋਈ ਜ਼ਖਮ ਹੈ ਜਾਂ, ਤਾਂ ਉੱਥੇ ਆਪਣਾ ਐਨੀਮਲ ਰਿਜੈਕਟ ਵੀ ਹੋ ਸਕਦਾ। ਤਾਂ ਇਹ ਚੀਜ਼ਾਂ ਬਹੁਤ ਧਿਆਨ ਦੇ ਵਿੱਚ ਰੱਖਣਾ ਪੈਂਦਾ। ਉਹ ਸਭ ਤੋਂ ਵੱਡਾ ਟਾਸਕ ਸਾਡੇ ਲਈ ਸੌਖਾ ਉਹੀ ਕੰਮ ਸੀਗਾ, ਕਿਉਂਕਿ ਆਪਾਂ ਇੰਡੀਆ ਦਾ ਲੋਕਲ ਤਾਂ ਆਪਾਂ ਭੇਜਦੇ ਨਹੀਂ, ਕੋਈ ਵੱਡੀ ਗੱਲ ਨਹੀਂ, ਟਰਾਂਸਪੋਰਟ ਤੇ ਭੇਜ ਸਕਦੇ ਆ, ਲੇਕਿਨ ਬਾਏ ਏਅਰ ਜਿਹੜੀ 에ਅਰਲਾਈਨ ਦੀ ਕੰਡੀਸ਼ਨ ਉਹਨਾਂ ਨੂੰ ਫੋਲੋ ਕਰਨਾ ਬਹੁਤ ਵੱਡੀ ਗੱਲ ਹੈ। ਲੇਕਿਨ ਉਹ ਸਾਡੇ ਨਾਲ ਸਭ ਤੋਂ, ਅਸੀਂ ਪੰਜਾਬ ਦੇ ਵਿੱਚ ਆਪਾਂ ਕਹਿ ਸਕਦੇ ਵੀ ਅਸੀਂ ਪੂਰੇ, ਮੈਂ ਕਹਿੰਦਾ ਇੰਡੀਆ ਦੇ ਵਿੱਚ ਹੀ ਇਹੋ ਜਿਹੇ ਫਾਰਮਰ ਸੀਗੇ ਜਿਹੜੇ ਅਸੀਂ ਆਪਦੇ ਪ੍ਰਾਈਵੇਟ ਫਾਰਮ ਤੋਂ, ਠੀਕ ਹੈ, ਤੇ ਅਸੀਂ ਆਪਦੀਆਂ ਬੱਕਰੀਆਂ ਬਾਹਰ ਐਕਸਪੋਰਟ ਕੀਤੀਆਂ ਸੀ। ਕਹਿਣ ਤੋਂ ਬਾਅਦ ਖੁਸ਼ਕਿਸਮਤ ਬੰਦੇ ਹੋ ਤੁਸੀਂ, ਕਹਿ ਸਕਦੇ ਆਂਗੇ ਨਾ। ਮਿਹਨਤ ਤਾਂ ਚਲੋ ਮੁੱਲ ਮਿਲਦਾ ਹੀ ਹੁੰਦਾ, ਅਸੀਂ ਕਿਉਂਕਿ ਕਾਫੀ ਲੰਮਾ ਸਮਾਂ ਇਹਦੇ ਵੀ ਸਾਨੂੰ ਚੱਲਦਿਆਂ ਨੂੰ ਹੋ ਗਿਆ, ਤਾਂ ਚਲੋ ਸਾਡੇ ਕਸਟਮਰ ਵੀ ਸਾਡੇ ਇਸ ਤਰ੍ਹਾਂ ਦੇ ਨੇ ਵੀ ਜਿਹੜੇ ਸਾਡੇ ਤੋਂ ਬੱਕਰੀਆਂ ਲੈ ਕੇ ਜਾਂਦੇ ਨੇ, ਸਾਡੇ ਲਿਮਟਡ ਅਸੀਂ ਲੋਕ ਫਾਰਮਰ ਨੂੰ ਅਸੀਂ ਜਿਹੜੇ ਸਾਡੇ ਕੀ ਪਰਮਾਨੈਂਟ ਫਾਰਮਰ ਨੇ ਅਸੀਂ ਉਹਨੂੰ ਬਰੀਡ ਦਿੰਦੇ ਆ ਆਪਦੀ, ਤੇ ਉਹ ਲੋਕਲ ਵੀ ਚਲੋ ਸਾਰੇ ਵੀਰ ਭਾਈ ਆਉਂਦੇ ਰਹਿੰਦੇ ਆ ਫਾਰਮ ਦੇ, ਸਾਰੇ ਦੇਖ ਕੇ ਬਹੁਤ ਸਾਰੇ ਜਾਂਦੇ ਆ ਫਾਰਮ ਨੂੰ। ਸਵਾਲ ਅਸੀਂ ਕਹਿੰਦੇ ਵੀ ਸਾਡੇ ਕੋਲੇ ਆਓ, ਹੁਣ ਕਈ ਫਾਰਮਰ ਕਿ ਫੋਨ ਤੇ ਪੁੱਛਦੇ ਕਿ ਸਾਨੂੰ ਸਾਰੀ ਜਾਣਕਾਰੀ ਫੋਨ ਤੇ ਮਿਲ ਜੇ, ਇਹ ਕਹਿੰਦੇ ਵੀ ਕੋਈ ਦੇਖੋ ਫਾਰਮ ਤੇ ਵਿਜ਼ਿਟ ਤਾਂ ਕਰਨਾ ਪਊਗਾ, ਰਜਾਈ 'ਚ ਪੈ ਕੇ ਸਾਰੀ ਜਾਣਕਾਰੀ ਨਹੀਂ ਮਿਲਦੀ। ਸਹੀ ਗੱਲ ਆ। ਤਾਂ ਫਾਰਮ ਵਿਜ਼ਿਟ ਕਰ ਸਕਦੇ ਕੋਈ ਬੰਦਾ, ਤਾਂ ਸਾਰੀ ਜਾਣਕਾਰੀ ਸਾਡੇ ਕੋਲ ਬਹੁਤ ਸਾਰੇ ਫਾਰਮ ਆਉਂਦੇ ਰਹਿੰਦੇ, ਫਾਰਮ ਦੇ ਅਸੀਂ ਦੱਸਦੇ ਰਹਿੰਦੇ ਹਾਂ। ਤੇ ਬਾਈ ਜੀ ਇਸ ਤਰ੍ਹਾਂ ਜ਼ਰੂਰ ਦੱਸੋ ਕਿ ਹਨਾ ਆਪਣੇ ਜਿਹੜੇ ਕਿਸਾਨ ਭਰਾ ਇਸ ਫਾਰਮ ਨੂੰ ਕਰਦੇ ਨੇ, ਠੀਕ ਆ, ਬਹੁਤ ਸਾਰਿਆਂ ਦਾ ਸਵਾਲ ਹੁੰਦੇ ਨੇ, ਫੋਨ ਆਉਂਦੇ ਰਹਿੰਦੇ ਨੇ ਕਿ ਬਾਈ ਜੀ ਇਹਨੂੰ ਫਾਰਮ ਤੇ ਰੱਖ ਸਕਦੇ ਆ, ਕਿਉਂਕਿ ਇਸ ਤਾਂ ਜ਼ਿਆਦਾਤਰ ਬਾਹਰ ਹੀ ਚਰਦੀਆਂ ਦੇਖੀਆਂ ਨੇ ਤੇ ਤੁਸੀਂ ਵੀ ਇੱਥੇ ਫਾਰਮ ਤੇ ਰੱਖੀ ਬੈਠੇ ਹੋ, ਇਹ ਕਿਵੇਂ ਸੰਭਵ ਹੋ ਸਕਦਾ ਗਾ? ਇਹ ਸੰਭਵ ਦੇਖੋ ਬਸ ਥੋੜਾ ਜਿਹਾ ਇਸ ਤਰ੍ਹਾਂ ਹੀ ਆ ਕਿ ਅਗਰ ਆਪਾਂ ਫਾਰਮ ਤੇ ਦੇਖੋ ਬੱਕਰੀ ਆਪਾਂ 3 ਤਰੀਕੇ ਨਾਲ ਪਾਲ ਸਕਦੇ ਹਾਂ ਜੀ। ਇੱਕ ਤਾਂ ਹੈਗਾ ਸਟਾਲ ਫੀਡਿੰਗ, ਸਟਾਲ ਫੀਡ ਨੂੰ ਆਪਾਂ ਇਹਨੂੰ ਇੰਗਲਿਸ਼ ਪੰਜਾਬੀ 'ਚ ਕਹਿ ਸਕਦੇ ਹਾਂ ਕਿ ਫਾਰਮ ਤੇ ਰੱਖ ਕੇ ਬੱਕਰੀ ਨੂੰ ਪਾਲਣਾ ਜੀ। ਦੂਸਰੀ ਹੁੰਦੀ ਹੈ ਗ੍ਰੇਜ਼ਿੰਗ,
ਜਿਹੜੀ ਕਿ ਬੱਕਰੀ ਨੂੰ ਆਪਾਂ ਸਿਰਫ ਕੀ ਆ ਲੋਕ ਇਕੱਲੇ ਬਾਹਰ ਹੀ ਚਾਰ ਕੇ ਲਿਆਉਂਦੇ। ਬਾਹਰ ਹੀ ਚਾਰਨਾ। ਤੀਸਰੀ ਹੁੰਦੀ ਆ ਸਟਾਲ ਫੀਡਿੰਗ ਪਲੱਸ ਗ੍ਰੇਜਿੰਗ, ਬਾਹਰ ਵੀ ਚਰਾਉਣਾ ਤੇ ਫਾਰਮ ਤੇ ਰੱਖ ਕੇ ਵੀ ਚਰਾਉਣਾ ਜੀ। ਦੇਖੋ ਅਗਰ ਆਪਾਂ ਕੱਲਾ ਕਰਾਂਗੇ ਆਪਾਂ ਸਟਾਲ ਫੀਡਿੰਗ ਵਾਲਾ ਫਾਰਮ ਤੇ ਰੱਖ ਕੇ, ਤਾਂ ਉੱਥੇ ਆਪਣਾ ਥੋੜਾ ਖਰਚਾ ਕੀ ਥੋੜਾ ਵੱਧ ਜਾਂਦਾ ਜੀ, ਕਿਉਂਕਿ ਉੱਥੇ ਹਰ ਚੀਜ਼ ਮੁੱਲ ਦੀ ਪੈਣੀ, ਆਪਾਂ ਨੂੰ ਬੱਕਰੇ ਨੂੰ ਫੀਡ ਵੀ ਪਾਉਣੀ ਪਊਗੀ ਜੀ, ਦਾਣਾ ਸਾਰਾ ਕੰਸਨਟ੍ਰੇਟ ਫੀਡ, ਸੁੱਕਾ ਨੀਰਾ ਜੋ ਮੈਂ ਬੱਕਰੀਆਂ ਖਾ ਰਹੀਆਂ ਗੋਇਆ ਦਾ ਨੀਰਾ ਇਹ ਵੀ ਮੰਗਵਾਉਣਾ ਪੈਂਦਾ, ਇਹਦਾ ਵੀ ਰੇਟ ਘੱਟੋ ਘੱਟ 800-900 ਰੁਪਏ ਕੁਇੰਟਲ ਦਾ ਹੋ ਰਿਹਾ ਇਸ ਟਾਈਮ ਦੇ ਵਿੱਚ। ਔਰ ਉਸ ਤੋਂ ਬਾਅਦ ਦੇਖੀਏ ਹਰਾ ਚਾਰਾ ਆਪਾਂ ਨੂੰ ਖੇਤ ਦੇ ਵਿੱਚ ਬੀਜਣਾ ਪੈਂਦਾ, ਮੱਕੀ, ਬਰਸੀਨ, ਜਈ ਜੋ ਵੀ ਆਪਣੇ ਕੋਲੇ ਹਰਾ ਚਾਰਾ ਗ੍ਰੀਨ ਫੂਡਰ 'ਚ ਅਵੇਲੇਬਲ ਹੈ ਕਿ ਆਪਾਂ ਨੂੰ ਉਹ ਵੀ ਖਵਾਉਣਾ ਪੈਂਦਾ ਜੀ। ਤਾਂ ਉਸ ਤਰੀਕੇ ਨਾਲ ਬੱਕਰੀ ਨਾਲ ਪੇਟ ਭਰ ਸਕਦੇ ਆ। ਉੱਥੇ ਕੀ ਹੋ ਜਾਂਦਾ ਆਪਣਾ ਥੋੜਾ ਖਰਚਾ ਬਚ ਜਾਂਦਾ ਜੀ। ਜੇ ਕੱਲੀ ਸਟਾਲ ਫੀਡਿੰਗ ਹੈ, ਸੌਰੀ ਕੱਲੀ ਗ੍ਰੇਜ਼ਿੰਗ ਕਰਾਉਣੇ ਆਪਾਂ, ਉਹ ਬਿਲਕੁਲ ਹੀ ਫ੍ਰੀ ਵਾਲਾ ਕੰਮ ਹੋ ਜਾਂਦਾ ਆਪਣਾ, ਉੱਥੇ ਆਪਣਾ ਕੋਈ ਖਰਚਾ ਹੀ ਹੈ ਨਹੀਂਗਾ। ਠੀਕ ਹੈ। ਠੀਕ ਹੈ। ਔਰ ਤੀਸਰਾ ਹੈਗਾ ਵੀ ਜੇ ਆਪਾਂ ਬੱਕਰੀ ਦੀ ਹੈਲਥ ਨੂੰ ਵੀ ਸਹੀ ਰੱਖਣਾ, ਪੂਰਾ ਸਿਸਟਮ ਨਾਲ ਚੱਲਣਾ, ਆਪਾਂ ਵਧੀਆ ਬੱਕਰੀ ਬੱਚੇ ਆਪਾਂ ਵੱਧ ਤੋਂ ਵੱਧ ਆਪਾਂ ਨੂੰ ਸੂਏ ਦੇ ਕੇ ਜਾਵੇ, ਉਹਦੀ ਬਾਡੀ 'ਚ ਪੂਰੀ એનર્ਜੀ ਬਣੀ ਰਹੇ, ਤਾਂ ਉਹਦੇ ਵਿੱਚ ਕੀ ਕਰਦੇ ਆਪਾਂ ਕੁਝ ਬੱਕਰੀਆਂ ਨੂੰ ਮੰਨ ਕੇ ਸੁਬਾਹ ਘਰੇ ਹਲਕਾ ਜਿਹਾ ਖਿਲਾਤਾ, ਦਾਣਾ ਪਾਤਾ, ਜੋ ਵੀ ਆਪਾਂ ਕੰਸਟਰਡ ਫੀਡ ਦੇਤੀ, ਤੇ ਬਾਅਦ ਦੇ ਵਿੱਚ ਆਪਾਂ 4-5 ਘੰਟੇ ਦਿਨ ਦੇ ਵਿੱਚ ਬੱਕਰੀਆਂ ਨੂੰ ਬਾਹਰ ਘੁਮਾ ਫਿਰਿਆ ਲਾਏ ਜੀ। ਤਾਂ ਉਹ ਮੈਥਡ ਸਾਡੇ ਹਿਸਾਬ ਨਾਲ ਸਭ ਤੋਂ ਸਾਨੂੰ ਵਧੀਆ ਲੱਗਿਆ, ਕਿਉਂਕਿ ਉਹਦੇ ਵਿੱਚ ਵੀ ਆਪਣੀ ਬਹੁਤ ਸਾਰੀ ਸੇਵਿੰਗ ਹੋ ਜਾਂਦੀ ਹੈ ਜੀ। ਜਿੱਥੇ ਬੱਕਰੀ ਨੂੰ ਪਾਲਣ ਤੇ ਇੱਕ ਦਿਨ ਦਾ 30 ਰੁਪਏ ਖਰਚਾ ਆ ਰਿਹਾ ਇਹਦੇ ਟਾਈਮ ਦੇ ਵਿੱਚ, ਤਾਂ ਉਹ ਘਟ ਕੇ ਆਪਣਾ 10-15 ਰੁਪਏ ਹੀ ਰਹਿ ਜਾਂਦਾ। ਠੀਕ ਹੈ ਜੀ। ਤਾਂ ਉਹ ਚੀਜ਼ ਸਭ ਤੋਂ ਮੈਥਡ ਵਧੀਆ ਕਿ ਬੱਕਰੇ ਨੂੰ ਥੋੜਾ ਆਪਾਂ ਕੋਈ ਦਾਣਾ ਜਿਹੜਾ એનર્ਜੀ ਦਿੰਦਾ ਬੱਕਰੀਆਂ ਨੂੰ, ਤਾਂ ਉਹ ਵੀ ਜ਼ਰੂਰੀ ਹੈ। ਤੇ ਅਗਰ ਬਾਹਰ ਚਲਾਵਾਂਗੇ ਤਾਂ ਬੱਕਰੀਆਂ ਦੇ ਜਿਹੜੇ ਕੀ ਆ ਆਪਾਂ ਕਹਿੰਦੇ ਆ ਵੀ ਬੱਕਰੀ ਤੁਰ ਫਿਰ ਕੇ ਥੋੜੀ ਜ਼ਿਆਦਾ ਖੁਸ਼ ਰਹਿੰਦੀ ਹੈ, ਤਾਂ ਉਹਦੇ ਨਾਲ ਉਹ ਵੀ ਚੀਜ਼ਾਂ ਇਹਦੇ ਬੋਡੀ 'ਚ ਵੀ ਇਹਦੀ એનર્ਜੀ ਥੋੜੀ ਬਣੀ ਰਹਿੰਦੀ ਹੈ। ਤਾਂ ਇਸ ਤਰੀਕੇ ਨਾਲ ਆਪਾਂ ਬੱਕਰੀ ਨੂੰ ਪਾਲ ਸਕਦੇ ਹਾਂ, ਕੋਈ ਇਸ਼ੂ ਵਾਲੀ ਗੱਲ ਨਹੀਂ। ਬਸ ਥੋੜਾ ਆਇਆ ਕਿ ਅਗਰ ਆਪਣੇ ਕੋਲੇ ਕੋਈ ਸੋਰਸਸ ਹੈਗੇ ਨੇ ਜਾਂ ਆਪਣਾ ਫਾਰਮ ਕਿਤੇ ਖੇਤ ਦੇ ਵਿੱਚ ਬਾਹਰ ਹੈਗਾ, ਤਾਂ ਉੱਥੇ ਆਪਣਾ ਕੀ ਆ ਅੱਧਾ ਕਿੱਲਾ 2-3 ਕਨਾਲਾਂ 4 ਕਨਾਲਾਂ ਜਗ੍ਹਾ ਛੱਡ ਲਓ, ਤਾਂ ਉਹਦੇ ਵਿੱਚ ਕੀ ਆਪਣੇ ਕੀ ਘਾਹ ਫੂਸ ਉੱਗਿਆ ਆਉਂਦਾ, ਤਾਂ ਆਪਾਂ ਉਹ ਜੀ ਬੱਕਰੇ ਨੂੰ ਆਪਾਂ ਚਰਾ ਸਕਦੇ ਹਾਂ ਜੀ। ਸੰਦੀਪ ਬਾਈ ਜੀ, ਇਸ ਤਰ੍ਹਾਂ ਦੱਸੋ ਕਿ ਨਵੇਂ ਬੰਦੇ ਇਸ ਕਿੱਤੇ ਦੇ ਵਿੱਚ ਬਹੁਤ ਆ ਵੀ ਰਹੇ ਨੇ, ਤੇ ਅੱਜ ਤੋਂ ਮੰਨ ਕੇ ਚੱਲੀਏ ਵੀ 3 ਸਾਲ ਪਹਿਲਾਂ ਆ ਕੇ ਚਲੇ ਵੀ ਗਏ ਨੇ, ਕਹਿਣ ਤੋਂ ਭਾਵ ਵੀ ਫਾਰਮ ਸ਼ੁਰੂ ਕੀਤਾ ਫੇਲ ਹੋ ਗਏ, ਤੁਹਾਡੀ ਕੀ ਸਲਾਹ ਵੀ ਉਹ ਕੀ ਕਰਨ? ਤੁਹਾਡਾ ਸਭ ਤੋਂ ਵੱਡਾ ਸਵਾਲ ਹੈ, ਸਭ ਤੋਂ ਵੱਡਾ। ਬਾਕੀ ਇਹ ਚੀਜ਼ ਬਹੁਤ ਜ਼ਿਆਦਾ ਹੋ ਰਹੀ ਹੈ ਕਿ ਜਿਹੜਾ ਸਕਸੈਸ ਰੇਟ ਆ ਗੌਡ ਫਾਰਮਿੰਗ ਦੇ ਵਿੱਚ, ਉਹ 100 ਚੋਂ ਦੇਖੀਏ ਤਾਂ 10-12% ਹੀ ਹੈ। ਠੀਕ ਹੈ। 100 ਚੋਂ? ਹਾਂ 100 ਚੋਂ ਜੋ ਸਾਡਾ ਅਸੀਂ ਤੱਤ ਕੱਢਿਆ ਹੋਇਆ ਹੈਗਾ ਵੀ ਹੁਣ ਜੋ ਮੰਨ ਕੇ ਚੱਲੋ ਵੀ ਦੇਖੋ ਜੀ, ਇਹ ਟ੍ਰੇਨਿੰਗ ਹੁੰਦੀ ਹੈ, ਉਹ 'ਚ ਅਸੀਂ ਕਿ ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਕਰ ਦਿੰਦੇ ਉੱਥੇ ਜੀ। ਜੇ ਬੰਦੇ ਨੂੰ ਚੰਗਾ ਲੱਗੂਗਾ ਉਹੀ ਬੰਦਾ ਕਰੂਗਾ ਜਿਹ 'ਚ ਦਮ ਹੋਇਆ ਜੀ। ਠੀਕ ਹੈ। ਹੁਣ ਸਾਡੇ ਕੋਲੇ 400 ਬੰਦਾ ਟ੍ਰੇਨਿੰਗ ਲੈ ਗਿਆ ਮੰਨ ਲਓ, ਠੀਕ ਹੈ, ਉਹ ਜੋ ਫਾਰਮ ਸਾਰੇ 15-20 ਨਹੀਂ ਕਰ ਰਹੇ। ਠੀਕ ਹੈ ਜੀ। ਠੀਕ ਹੈ, ਇਹ ਵੀ ਗੱਲ ਹੈਗੀ ਆ। 15-20 ਜਾਣੇ ਵਿੱਚੋਂ ਐਂ ਤਾਂ ਫਾਰਮ 50 ਨਹੀਂ ਕੀਤੇ ਸੀਗੇ, ਵਿੱਚੋਂ ਹੌਲੀ ਹੌਲੀ ਚਲੋ ਲੋਕ ਸਕਿਪ ਹੁੰਦੇ ਜਾਂਦੇ ਆ, ਛੱਡ ਦਿੰਦੇ। ਅਗਲਾ ਕਹਿੰਦਾ ਵੀ ਯਾਰ ਨਹੀਂ ਆਏ ਹੋ ਸਕਦਾ, ਕੋਈ ਉਹਨੂੰ ਰਿਸ਼ਤੇਦਾਰ ਤਾਂ ਨਹੀਂ ਮੰਨਦਾ ਬੰਦਾ ਉਹ ਤੋਂ ਗੱਲ ਤੋਂ, ਠੀਕ ਹੈ, ਤੇ ਡੀਮੋਟੀਵੇਟ ਹੋ ਜਾਂਦੇ ਆ ਲੋਕ, ਹਨਾ ਵੀ ਕੁਛ ਥੋੜਾ ਨੁਕਸਾਨ ਹੋ ਗਿਆ ਆਪਾਂ ਉਹਦੇ ਨਾਲ ਡੀਮੋਟੀਵੇਟ ਹੋ ਗਏ। ਤਾਂ ਉਸ ਤਰੀਕੇ ਨਾਲ ਕਾਫੀ। ਬਾਕੀ ਦੂਸਰੀ ਸਭ ਤੋਂ ਵੱਡੀ ਗੱਲ ਕੀ ਹੈਗੀ ਵੀ ਜਿਵੇਂ ਕਿ ਲੋਕ ਆਪਣੇ ਕੀ ਆ ਬਹੁਤ ਛੇਤੀ ਇੰਪ੍ਰੈਸ ਵੀ ਹੁੰਦੇ ਆ ਤੇ ਬਹੁਤ ਛੇਤੀ ਡੀਮੋਟੀਵੇਟ ਵੀ ਹੁੰਦੇ ਆ। ਹੁਣ ਦੇਖੀਏ ਆਪਾਂ ਮੰਡੀਆਂ ਦੇ ਵਿੱਚ ਕੀ ਸਿਸਟਮ ਆਪਾਂ ਚੱਲਦਾ, ਜਿਵੇਂ ਆਪਾਂ ਸੌਦੇ ਦੇਖਦੇ ਆ ਨਾ, ਆਪਾਂ ਲਾਈਵ ਸੌਦੇ ਹੋ ਜਾਂਦੇ ਬਹੁਤ ਸਾਰੇ, ਹਨਾ ਜੀ। ਕੋਈ ਬੱਕਰੀ 35,000 ਦੀ ਵਿਕ ਗਈ, ਕੋਈ 40 ਦੀ ਵਿਕ ਗਈ, ਕੋਈ 38 ਦੀ ਵੇਚਤੀ, ਕੋਈ ਕਿਵੇਂ ਵਿਕ ਗਈ। ਤਾਂ ਉਹਦੇ ਵਿੱਚ ਕੀ ਹੁੰਦਾ, ਦੇਖੋ ਜੀ ਆਪਾਂ ਕੀ ਹੈ ਵੀ ਆਪਾਂ ਕਾਹਲ ਕਰ ਜਾਂਦੇ ਹਾਂ ਜੀ, ਜਦੋਂ ਐਕਚੁਅਲ ਦੇ ਵਿੱਚ ਤੁਹਾਨੂੰ ਬੀਟਲ ਬਾਰੇ ਇਹੀ ਨਹੀਂ ਪਤਾ ਲੱਗ ਰਿਹਾ ਆਪਾਂ ਨੂੰ ਵੀ ਅਗਰ ਆਪਾਂ 20-25,000 ਦੀ ਬੱਕਰੀ ਆਪਾਂ 35-40,000 'ਚ ਖਰੀਦ ਰਹੇ ਹਾਂ, ਤਾਂ ਸਭ ਤੋਂ ਪਹਿਲੀ ਗੱਲ ਤਾਂ ਫਾਰਮਰ ਉੱਥੇ ਮਾਰਿਆ ਜਾਂਦਾ। ਠੀਕ ਹੈ। ਠੀਕ ਹੈ। ਇਹ ਫਾਰਮਰ ਦੀ ਇੱਕ ਆਪਾਂ ਨੂੰ ਅਧੂਰੀ ਨੌਲੇਜ ਕਹਿ ਸਕਦੇ ਹਾਂ ਆਪਾਂ, ਕਿ ਬਿਨਾਂ ਆਪਾਂ ਨੂੰ ਕਿਸੇ ਚੀਜ਼ ਦੀ ਜਾਣਕਾਰੀ ਅਗਰ ਆਪਾਂ ਕੰਮ ਕਰ ਰਹੇ ਹਾਂ, ਚਲੋ ਆਪਾਂ ਬਹੁਤ ਵੱਡਾ ਸਟੈਪ ਚੱਕਣ ਜਾ ਰਹੇ ਕਿ ਆਪਾਂ ਲਾਈਫ ਸਟਾਈਲ ਦਾ ਧੰਦਾ ਕਰਨਾ, ਅਗਰ ਆਪਾਂ ਉਹਨੂੰ 2-3 ਮਹੀਨੇ ਲਾ ਕੇ ਪ੍ਰੋਪਰ ਤਰੀਕੇ ਨਾਲ ਸਿੱਖ ਹੀ ਲੱਗੇ, ਤਾਂ ਆਪਾਂ ਹੀ ਕੀਤਾ YouTube ਤੇ ਵੀਡੀਓ ਦੇਖੀ ਜੀ, ਹਾਂਜੀ ਬੱਕਰੀਆਂ ਦਾ ਕੰਮ ਇੰਨਾ ਫਾਇਦਾ ਜੀ, ਇਹ 'ਚ ਇੰਨੇ ਪੈਸੇ ਲੋਕ ਕਮਾ ਗਏ, ਚਾਹੇ ਕਰਕੇ ਬੱਕਰੀਆਂ ਇੰਨੇ ਦੀ ਵਿਕੀਆਂ ਕਰਦੇ ਆਪਾਂ ਚੁੱਪ ਕਰਕੇ ਆਪਾਂ ਕੀ ਚੱਕਦੇ ਆ ਮੋਟਰਸਾਈਕਲ ਬੰਦਿਆਂ ਕੋਲੇ ਗਏ, ਬੱਕਰੀ ਆਪਾਂ ਨੂੰ ਖਰੀਦੀ, ਆਪਾਂ ਕਿ ਉੱਥੇ ਕਾਲੇ ਹੋ ਜਾਣੇ ਵੀ ਯਾਰ ਮੇਰੇ ਹੱਥ ਚੋਂ ਕਿ ਜਾਨਵਰ ਨਿਕਲ ਨਾ ਜਾਵੇ ਕਿਤੇ ਪਾਸੇ, ਠੀਕ ਹੈ ਵੀ ਯਾਰ ਦਵਾ ਲੈ ਲਊਗਾ ਜਲਦੀ ਬਸ, ਕਿੰਨੇ ਦਾ ਮਰਜ਼ੀ ਮਿਲਦਾ। ਤਾਂ ਉੱਥੇ ਕੀ ਹੁੰਦਾ ਵੀ ਆਪਾਂ ਉਹ ਚੀਜ਼ ਨੂੰ ਥੋੜੀ ਮੈਜ਼ਰਮੈਂਟ ਕਰਨੀ ਜ਼ਰੂਰੀ ਆਪਣੀ, ਕਿ ਆਪਣਾ ਜਾਨਵਰ ਕਿੰਨੇ ਕੁ ਦਾ ਹੈਗਾ ਔਰ ਕਿੰਨੇ ਰੁਪਏ ਆਪਾਂ ਇਹ 'ਚੋਂ ਕਮਾ ਸਕਦੇ ਹਾਂ। ਨੋਰਮਲ ਜਿਹੜੀ ਐਵਰੇਜ ਬੱਕਰੀ ਦਾ ਜਿਹੜਾ ਕੀਮਤ ਚੱਲਦੀ ਹੈ, ਮੰਨ ਕੇ ਚੱਲੋਗੀ ਕੋਈ ਵਧੀਆ ਫਾਰਮਰ ਹੈ, ਫਾਰਮ ਕਰਨਾ ਚਾਹੁੰਦਾ, ਚੰਗੀ ਬੱਕਰੀ ਆਪਾਂ 20-25 ਹਜ਼ਾਰ ਦੀ ਬੱਕਰੀ 26,000 ਤੱਕ 20-22 ਦੇ ਵਿੱਚ ਆਪਾਂ ਨੂੰ ਚੰਗੀ ਬੱਕਰੀ ਮਿਲ ਜਾਂਦੀ ਹੈ। ਠੀਕ ਹੈ। ਤੁਸੀਂ ਉਹਨਾਂ ਨੂੰ ਕਹਿੰਦੇ ਵੀ ਕਿ ਇਹ ਕੀ ਹੋ ਵੀ ਕਿੰਨੇ ਦੀ ਬੱਕਰੀ ਖਰੀਦਣੀ ਚਾਹੀਦੀ ਹੈ ਸ਼ੁਰੂ ਕਰਨ ਦੇ ਲਈ? ਮੈਂ ਕਹਿੰਦਾ ਵੀ 18 ਤੋਂ ਲੈ ਕੇ ਜੀ
ਆਪਣੀ ਬੱਕਰੀ 25000 ਤੱਕ ਤੁਸੀਂ ਖਰੀਦ ਲਓ, ਤੁਹਾਡੇ ਲਈ ਬਹੁਤ ਹੈ। ਅਗਰ ਆਪਾਂ ਉਸ ਤੋਂ ਉੱਪਰ ਜਾਵਾਂਗੇ 35000 ਕੋਈ ਫਾਰਮਰ 40000 ਵੀ ਲਾਉਂਦਾ ਬੱਕਰੀ ਤੇ ਆਪਾਂ 50000 ਵੀ ਲੋਕ ਦੇਖੇ ਮੈਂ ਖਰੀਦੇ, 60000 ਦੀ ਬੱਕਰੀ ਖਰੀਦੇ ਵੀ ਦੇਖਿਆ। ਲੇਕਿਨ ਆਪਾਂ ਨੂੰ ਫੇਰ ਦੇਖੋ ਕਿ ਆਪਾਂ ਇੱਕ ਨਵੇਂ ਫਾਰਮਰ ਹੈ, ਆਪਾਂ ਇਸ ਧੰਦੇ ਨੂੰ ਸ਼ੌਂਕ ਵਜੋਂ ਨਹੀਂ ਕਰ ਰਹੇ। ਕੁਝ ਫਾਰਮਰ ਚਲੋ ਸ਼ੌਂਕ ਵਜੋਂ ਵੀ ਕਰਦੇ ਆ, ਬਹੁਤ ਸਾਰੇ ਹੁੰਦੇ ਆ, ਲੇਕਿਨ ਮੋਸਟਲੀ ਫਾਰਮਰ ਕਿ ਇਹਨੂੰ ਬਿਜ਼ਨਸ ਪਰਪਸ ਦੇ ਤੌਰ ਤੇ ਕਰਦੇ ਆ ਜੀ। ਵੀ ਅਗਰ ਆਪਾਂ 70000 ਦੀ ਬੱਕਰੀ ਲੈ ਕੇ ਅੱਜ ਆਪਾਂ ਜੋ ਬਿਜ਼ਨਸ ਕੱਢਣ ਦੀ ਸੋਚ ਰਹੇ ਤਾਂ ਆਪਣੀ ਬਹੁਤ ਵੱਡੀ ਬੇਵਕੂਫੀ ਹੈ ਜੀ। 70000 ਬੱਕਰੀ ਕਦੋਂ ਪੂਰਾ ਕਰਕੇ ਜਾਊਗੀ ਦੱਸੋ, ਕਿੰਨੇ ਸਾਲਾਂ 'ਚ ਕਰੂਗੀ? ਜੀ। ਖਾਊਗੀ ਵੀ, ਉਹਨੇ ਖਰਚਾ ਵੀ ਖਾਣਾ। ਚਲੋ ਬੱਚੇ ਤੁਹਾਨੂੰ ਸਾਲ 'ਚ ਤਾਂ ਉਹਨੇ ਇੱਕ ਸੂਈ ਤਾਂ ਉਹਨੇ ਬੱਕਰੇ ਬੱਚੇ ਤੁਹਾਨੂੰ 2 ਹੀ ਦੇਣੇ ਨਾ, ਇਹ ਤਾਂ ਇਹਨੇ 4 ਦੇ ਦੂਗੀ। ਜੀ। ਤਾਂ ਉਸ ਤਰੀਕੇ ਨਾਲ ਆਪਾਂ ਦੇਖਣਾ ਕਿ ਆਪਣੀ ਬੱਕਰੀ ਕਿੰਨੇ ਟਾਈਮ 'ਚ ਆਪਣੀ ਫ੍ਰੀ ਹੋ ਰਹੀ ਹੈ, ਵੀ ਜਿੰਨੀ ਜਲਦੀ ਆਪਣੀ ਬੱਕਰੀ ਫ੍ਰੀ ਹੋਊਗੀ ਉਨੀ ਹੀ ਛੇਤੀ ਆਪਾਂ ਨੂੰ ਇਨਕਮ ਉਹਦੇ ਵਿੱਚੋਂ ਜ਼ਿਆਦਾ ਆਊਗੀ ਜੀ। ਤੇ ਇਹਦੇ ਬਾਰੇ ਕੀ ਕਹਿਣਾ ਵੀ ਕੁਝ ਫਾਰਮਰ ਕੀ ਹੁਣ ਦੂਜਾ ਸਵਾਲ ਇੱਥੇ ਹੋ ਵੀ ਜਾਂਦਾ ਜੀ ਕਿ ਹੁਣ ਤੇ ਫਾਰਮਰ ਦੀ ਗੱਲ ਆਉਂਦੀ ਹੈ ਕਿ ਆਪਾਂ ਨੂੰ ਕਦੇ ਵੀ ਪਹਿਲੀ ਗੱਲ ਤਾਂ ਮੈਂ ਇਹੀ ਗੱਲ ਕਹਿਣਾ ਕਿ ਤੁਸੀਂ ਟ੍ਰੇਨਿੰਗ ਲਏ ਬਿਨਾ ਔਰ ਪੂਰਾ ਪ੍ਰੋਪਰ ਚੀਜ਼ ਨੂੰ ਜਾਣੇ ਬਿਨਾ ਘੱਟੋ ਘੱਟ ਵੀ ਅੱਜ ਦਾ ਟਾਈਮ ਵਿੱਚ ਦੇਖੀਏ ਤਾਂ ਆਪਣੇ ਕੋਲੇ ਕਿੰਨੇ ਆਪਸ਼ਨ ਨੇ, ਕਿੰਨੀਆਂ ਮੰਡੀਆਂ ਲੱਗਦੀਆਂ, ਕਿੰਨੇ ਫਾਰਮਰ ਜਿਹੜੇ ਬੱਕਰੀ ਪਾਲਣ ਕਰ ਰਹੇ ਆ। ਵੀ ਮੈਂ ਕਹਿੰਦਾ ਵੀ ਹਰ ਇੱਕ ਤੋਂ ਪੁੱਛੋ ਕੰਮ ਸ਼ੁਰੂ ਕਰਨ ਤੋਂ ਪਹਿਲਾਂ, ਵੀ ਘੱਟੋ ਘੱਟ ਵੀ ਤੁਸੀਂ ਚਾਹੇ 100 ਜਾਣੇ ਦੀ ਰਾਇ ਲੈ ਲਓ ਵੀ ਕਿਵੇਂ ਆ ਕੰਮ, ਕਿਵੇਂ ਸਿਸਟਮ ਆ, ਕਿਵੇਂ ਕੁਛ ਕਰਦਾ, ਨੌਲੇਜ ਲਓ ਕੰਮ ਦੀ ਪ੍ਰੋਪਰ। ਉੱਥੇ ਜਲਦਬਾਜ਼ੀ ਨਹੀਂ ਕਰਨੀ, ਆਪਾਂ ਜਲਦਬਾਜ਼ੀ ਕਰਾਂਗੇ ਤਾਂ ਉੱਥੇ ਆਪਾਂ ਮਾਰੇ ਜਾਂਦੇ ਆ। ਤਾਂ ਮੋਸਟਲੀ ਫਾਰਮਰ ਨਾਲ ਇਹੀ ਹੋ ਰਿਹਾ। ਆਪਾਂ ਦੇਖੀਏ ਤਾਂ ਸਾਡੇ ਜਿਹੜੇ ਨਜ਼ਰ ਦੇ ਵਿੱਚ ਚੀਜ਼ ਉਹ ਦੇਖਣ ਨੂੰ ਅਸੀਂ ਦੇਖਿਆ ਤਾਂ ਇਹੀ ਚੀਜ਼ ਹੋ ਰਹੀ ਹੈ ਕਿ ਫਾਰਮਰ ਲੁੱਟੇ ਜਾ ਰਹੇ ਆ ਜੀ, ਬਹੁਤ ਬੁਰੇ ਤਰੀਕੇ ਨਾਲ। ਤਾਂ ਉਹ ਬੰਦੇ ਨੂੰ ਨਹੀਂ ਪਤਾ ਹੁੰਦਾ, ਬਾਅਦ ਦੇ ਵਿੱਚ ਕੀ ਬੰਦਾ ਆਟੋਮੈਟਿਕਲੀ ਆ ਕੇ ਉਹਨੂੰ ਕੋਈ ਵਿਜ਼ਨ ਕਲੀਅਰ ਨਹੀਂ, ਬੱਕਰੀ 'ਚ ਮੈਂ ਕਿਵੇਂ ਕਰਨਾ, ਬੱਕਰੀ ਬਸ ਲੈ ਕੇ ਘਰੇ ਬੰਨ ਲਈ ਆਪਦੇ, 2 ਲੈ ਲਈਆਂ, 4 ਲੈ ਲਈਆਂ, 8 ਲੈ ਲਈਆਂ, ਤਾਂ ਐਂਡ ਦੇ ਵਿੱਚ ਫਿਰ ਉਹਨੇ ਬਾਅਦ ਦੇ ਵਿੱਚ ਬੰਦ ਕਰਨਾ। ਫਿਰ ਉਹ ਬੱਕਰੀ ਜਿਹੜੀ 40-45 ਹਜ਼ਾਰ ਦੀ 70 ਹਜ਼ਾਰ ਦੀ ਲੈਤੀ ਹੁੰਦੀ ਹੈ ਉਹ ਫਿਰ ਆਦਤ ਤੋਂ ਵੀ ਘੱਟ ਜਾ ਕੇ ਡਿੱਗਦੀ ਹੈ ਜੀ। ਇੱਕ ਤੁਹਾਨੂੰ ਉੱਥੇ ਘਾਟਾ ਪੈ ਗਿਆ, ਦੂਜਾ ਉਹਨੂੰ ਕੰਮ ਨੇ ਡੀਮੋਟੀਵੇਟ ਕਰਤਾ। ਹੁਣ ਦੂਜੀ ਗੱਲ ਨੇ ਕਿ ਬੱਚਿਆਂ ਤੋਂ ਕੰਮ ਸ਼ੁਰੂ ਕਰਕੇ ਬੱਕਰੀਆਂ ਤੋਂ ਕਰੀਏ, ਇਹ ਵੀ ਇੱਕ ਬਹੁਤ ਵੱਡਾ ਸਵਾਲ ਹੈ, ਬਹੁਤ ਵੱਡਾ ਜੀ। ਹੁਣ ਕੁਝ ਫਾਰਮਰ ਕੀ ਹੁੰਦੇ ਜੀ, ਆਪਾਂ ਕਹਿੰਦੇ ਅਸੀਂ ਬੱਚੇ ਲੈਣੇ ਆ ਜੀ, ਠੀਕ ਹੈ ਵੀ ਚਲੋ ਹਰ ਇੱਕ ਬੰਦਾ ਵੀ 100% ਚੀਜ਼ ਨੂੰ ਕਾਪੀ ਨਹੀਂ ਕਰਦਾ। ਸਾਰੇ ਫਾਰਮਰ ਮੇਰੇ ਕਹਿਣ ਤੇ ਬੱਚਿਆਂ ਤੋਂ ਸ਼ੁਰੂ ਕਰਨਗੇ ਔਰ ਸਾਰੇ ਫਾਰਮਰ ਮੇਰੇ ਕਹਿਣ ਦੇ ਸਾਡੇ ਇਕੱਲੇ ਕਹਿਣ ਨਾਲ ਵੀ ਇਕੱਲੀਆਂ ਬੱਕਰੀਆਂ ਤੋਂ ਸ਼ੁਰੂ ਕਰਨਗੇ। ਕੁਝ ਬੰਦਾ ਉਹਦੀ ਮਨ ਦੀ ਮਰਜ਼ੀ ਵੀ ਕਰਦਾ ਨਾ, ਤਾਂ ਉੱਥੇ ਆਪਾਂ ਦੇਖੀ ਕਿ ਆਪਾਂ ਫਾਰਮਰ ਆਪਾਂ ਵੱਡੀ ਬੱਕਰੀ ਸ਼ੁਰੂ ਕਰਦੇ ਆਪਾਂ ਨੂੰ ਜ਼ਿਆਦਾ ਬੈਨੀਫਿਟ ਹੈ ਜੀ। ਕਿਉਂ ਬੈਨੀਫਿਟ ਉਹਦੇ ਵਿੱਚ ਜੀ? ਦੇਖੋ ਅਗਰ ਆਪਾਂ ਬੱਕਰੀ ਲਈ ਆਪਾਂ ਨੂੰ ਗੱਭਣ ਬੱਕਰੀ ਮਿਲ ਗਈ, 2 ਮਹੀਨੇ ਦੀ ਗੱਭਣ ਹੋ ਗਈ, 3 ਮਹੀਨੇ ਦੀ ਗੱਭਣ ਹੋ ਗਈ, ਆਪਾਂ 5 ਬੱਕਰੀਆਂ ਲੈਣੀਆਂ ਸਪੋਜ਼ ਕਰੋ, ਤਾਂ ਆਪਣੇ ਕੋਲੇ ਕੀ ਆ ਕਿ ਫਾਰਮ ਤੇ ਬੱਕਰੀਆਂ ਨੇ 3-4 ਮਹੀਨਿਆਂ ਬਾਅਦ ਆਪਣੇ ਕੋਲੇ ਆ ਕੇ ਕੋਈ 3 ਮਹੀਨਿਆਂ ਬਾਅਦ, ਕੋਈ 2 ਮਹੀਨਿਆਂ ਬਾਅਦ, ਕੋਈ 4 ਮਹੀਨਿਆਂ ਬਾਅਦ ਬੱਕਰੀ ਸੂ ਪੈਣੀ ਹੈ ਜੀ। ਆਪਣੇ ਕੋਲੇ ਬੱਕਰੀਆਂ ਕੀ ਦਿੱਤੇ ਜੀ? ਬੱਚੇ ਆਪਣੇ ਕੋਲੇ ਆ ਗਏ ਨਾ, ਬੱਚਿਆਂ ਤੋਂ ਆਪਾਂ ਕੰਮ ਸ਼ੁਰੂ ਕਰਨਾ ਚਾਹ ਰਹੇ ਸੀਗੇ। ਹਾਂ ਥੋੜੀ ਆਪਣੀ ਇਨਵੈਸਟਮੈਂਟ ਵੱਧ ਹੁੰਦੀ ਆ, ਉਹ ਵੀ ਆਪਣੀ ਘਟੂਗੀ। ਉਹ ਕਿਵੇਂ? ਹੁਣ ਦੇਖੋ ਬੱਚਾ ਲੈਣੇ ਆਪਾਂ ਛੋਟਾ, ਇੱਕ 5-6 ਮਹੀਨੇ ਦਾ ਬੱਚਾ ਲੈ ਲਿਆ, ਆਪਾਂ ਨੂੰ 10-12 ਹਜ਼ਾਰ ਦਾ ਬੱਚਾ ਮਿਲੂਗਾ ਜੀ। ਬੱਚਾ ਲੈ ਕੇ ਆਪਾਂ ਕੰਮ ਸ਼ੁਰੂ ਕਰਦੇ, ਬੱਚੇ ਆਪਣੇ 5 ਮਹੀਨੇ ਬੱਚੇ ਨੂੰ ਆਪਾਂ ਪਾਲਿਆ, ਪੂਰੇ ਸਾਲ ਦੇ ਕਰ ਲਿਆ, 6-7 ਮਹੀਨੇ ਪਾਲ ਕੇ ਸਾਲ ਦਾ ਤਾਂ ਆਪਣਾ ਬੱਚਾ ਹੋ ਗਿਆ। ਉਸ ਤੋਂ ਬਾਅਦ ਬੱਚੇ ਨੂੰ ਆਪਾਂ ਕ੍ਰਾਸ ਕਰਾਵਾਂਗੇ, ਉਦੋਂ ਬਾਅਦ ਇਹ ਨਹੀਂ ਪਤਾ ਹੋਰ ਰਿਪੀਟਰ ਹੋ ਜੇ, ਖਾਲੀ ਵੀ ਨਿਕਲ ਸਕਦਾ। ਤਾਂ ਘੱਟੋ ਘੱਟ ਵੀ ਕਹਿਣ ਦਾ ਮਤਲਬ ਕੀ ਆ, ਉਦੋਂ ਬਾਅਦ 5 ਮਹੀਨੇ ਉਹ ਸੂਣ ਤੇ ਲਾਊਗੀ, ਉਦੋਂ ਬਾਅਦ ਬੱਚਾ ਦਿੱਤਾ ਆਪਾਂ ਨੂੰ ਇੱਕ, ਲੰਬਾ ਚਲਿਆ ਜਾਣਾ ਪ੍ਰੋਸੈਸ। ਜਿੱਥੇ ਆਪਣੇ ਕੋਲੇ ਨਵੇਂ ਫਾਰਮਰ ਨੂੰ 1 ਸਾਲ ਦੇ ਵਿੱਚ ਬੱਚਾ ਪਾਲ ਕੇ ਉਹਨੂੰ ਵੱਡਾ ਕਰਕੇ ਉਹ ਤੋਂ ਇੱਕ ਬੱਚਾ ਮਿਲਿਆ, ਤਾਂ ਉੱਥੇ ਬੱਕਰੀ ਆਪਣੀ ਉਹਨੂੰ 1 ਸਾਲ ਦੇ ਵਿੱਚ 2 ਵਾਰੀ ਸੂ ਪੈਣੀ ਸੀਗੀ, ਠੀਕ ਹੈ ਜੀ, ਉਹੀ ਸਰਕਲ ਦੇ ਵਿੱਚ। ਤਾਂ ਬੱਕਰੀ ਆਪਣੀ ਫਰੀ ਹੋ ਗਈ, 4 ਬੱਚੇ ਆਪਣੇ ਕੋਲੇ ਆ ਗਏ, ਤਾਂ ਗੱਲ ਉੱਥੇ ਹੀ ਜਾਂਦੀ ਹੈ, ਸੇਮ ਪੈਂਦੀ ਹੈ ਜੀ। ਤਾਂ ਥੋੜਾ ਚੀਜ਼ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਆਪਾਂ ਇਹ ਚੀਜ਼ ਨੂੰ ਆਪਾਂ ਅਪਣਾ ਰਹੇ ਹਾਂ ਤਾਂ ਪ੍ਰੋਪਰ ਤਰੀਕੇ ਨਾਲ, ਮੇਰਾ ਕਹਿੰਦਾ ਵੀ ਸਿੱਖ ਕੇ ਹੀ ਕੰਮ ਨੂੰ ਕਰੋ। ਕਦੇ ਭਾਵੁਕ ਹੋ ਕੇ ਜਾਂ ਮੋਟੀਵੇਟ ਹੋ ਕੇ ਕੰਮ ਕਰਨ ਦੇ ਵਿੱਚ ਕੋਈ ਫਾਇਦਾ ਨਹੀਂ ਹੈਗਾ ਵੀ ਆਪਾਂ ਜੇ ਆਪਾਂ ਕਰ ਰਹੇ ਹਾਂ ਤਾਂ ਉਹ ਆਪਣਾ ਕੀ ਹੈ ਸਿਸਟਮ ਹਿਸਾਬ ਨਾਲ ਚੱਲੋ, ਆਪਣਾ ਬਜਟ ਦੇਖ ਕੇ, ਠੀਕ ਹੈ। ਹਾਂ ਥੋੜਾ ਬੱਚਿਆਂ ਦਾ ਬਜਟ ਆ, ਬੱਕਰੀਆਂ ਤੁਹਾਡੀਆਂ ਚਾਹੇ ਬੱਚੇ ਤੁਹਾਡੇ 10 ਆਉਂਦੇ ਆ, ਉੱਥੇ ਬੱਕਰੀਆਂ ਤੁਹਾਡੀਆਂ 5 ਲੈ ਲਓ, ਉਹ ਬਰਾਬਰ ਜਾ ਕੇ ਭਿੜਨੀ ਆ, ਠੀਕ ਹੈ ਜੀ, ਠੀਕ ਹੈ ਜੀ। ਕਹਿਣ ਤੋਂ ਬਾਅਦ ਬੱਕਰੀ ਦੀ ਸਲਾਹ ਦੇ ਰਹੇ, ਬੱਕਰੀ ਦੀ ਸਲਾਹ ਸੀ ਇਸ ਕਰਾਂਗੇ ਵੱਡੀ ਬੱਕਰੀ ਤੋਂ ਹੀ ਫਾਰਮ ਸ਼ੁਰੂ ਕਰਨਾ ਚਾਹੀਦਾ ਜੀ। ਤੇ ਜਿਹੜੇ ਉਸ ਤੋਂ ਬਾਅਦ ਬੱਚੇ ਆ, ਬੱਚੇ ਤੁਹਾਡੇ ਕੋਲ ਸੂਣਗੀਆਂ, ਪੱਠਾਂ ਨੂੰ ਰੱਖ ਲਓ, ਬੱਕਰੇ ਅੱਗੇ ਸੇਲ ਕਰ ਦਿਓ ਜੀ। ਕਿੰਨੇ ਮਹੀਨੇ ਬਾਅਦ ਸੇਲ ਕਰ ਦੇਣਾ ਚਾਹੀਦਾ ਵੀ ਚੰਗਾ ਪੈਸਾ ਵੀ ਆ ਜਾਵੇ? ਵਧੀਆ ਬੱਚਾ ਆਪਾਂ ਨੂੰ ਦੇਖੋ ਜੀ, ਆਪਾਂ ਨੂੰ 3 ਮਹੀਨੇ ਦਾ ਬੱਚਾ ਮਾਂ ਦੁੱਧ ਪੀਂਦਾ, ਆਪਾਂ ਸਿੱਧਾ ਹਿਸਾਬ ਲੱਗ ਚੱਲੀਏ ਜੀ। ਉਹ ਤੋਂ ਬਾਅਦ 2 ਮਹੀਨੇ 3 ਮਹੀਨੇ ਚ ਆਪਾਂ 6 ਮਹੀਨੇ ਦਾ ਬੱਚਾ ਵੀ ਕਰਦੇ ਆ, ਤਾਂ ਉਹ ਕਿੰਨਾ ਖਾਜੂ? ਕੁਝ ਵੀ ਨਹੀਂ ਖਰਚਾ ਖਾਂਦਾ ਆਪਣਾ ਜੀ, ਠੀਕ ਹੈ। ਤਾਂ 5-6 ਮਹੀਨੇ ਦਾ ਬੱਚਾ ਆਪਣਾ ਵਧੀਆ ਆਪਾਂ ਨੂੰ ਵੇਚਣਾ ਚਾਹੀਦਾ, ਉਦੋਂ ਆਪਾਂ ਨੂੰ ਚੰਗੇ ਪੈਸੇ ਮਿਲ ਜਾਂਦੇ ਜੀ। ਵੱਧ ਤੋਂ ਵੱਧ ਕਿੱਥੇ ਤੱਕ ਵਿਕ ਸਕਦਾ ਹੁੰਦਾ ਹੈ, ਇਹਦੇ ਬਾਰੇ ਕੀ ਕਹਿੰਦੇ ਹੋ? 6 ਮਹੀਨੇ ਦਾ ਬੱਚਾ ਆਪਾਂ ਨੂੰ ਚੰਗੀ ਨਸਲ ਆਪਣੇ ਕੋਲ ਵਧੀਆ 10-12 ਹਜ਼ਾਰ ਦਾ ਬੱਚਾ ਆਰਾਮ ਨਾਲ ਵਿਕ ਜਾਂਦਾ, ਨਾਰਮਲ ਵਿਕ ਜਾਂਦਾ, ਠੀਕ ਹੈ। 7 ਮਹੀਨੇ ਦਾ ਬੱਚਾ 10,000 ਦਾ, ਕੋਈ 8 ਦਾ ਹੀ ਵਿਕ ਜਾਂਦਾ, ਕੋਈ 9 ਦਾ, ਅੱਡੋ ਸਿਸਟਮ ਹੁੰਦਾ, ਚਲੋ ਹੁੰਦਾ ਉਹ ਚੀਜ਼ ਹੈ ਨਾ, ਉਹ ਸਾਰਿਆਂ ਨੂੰ ਪਤਾ ਹੀ ਹੈ ਜਿਹੜੇ ਦੇਖ ਰਹੇ ਆ ਜੀ। ਤੇ ਬਾਈ ਜੀ ਇਹ ਜ਼ਰੂਰ ਦੱਸੋ ਵੀ ਬਿਮਾਰੀਆਂ ਦੀ
ਕਿੰਨੀ क्षमता ਰਹਿੰਦੀ ਹੈ ਜਾਂ ਕਿੱਥੇ ਕੁ ਤੱਕ ਬਿਮਾਰੀ ਆ ਸਕਦੀ ਹੈ, ਕਿੰਨੀਆਂ ਕੁ ਬਿਮਾਰੀਆਂ ਆਉਂਦੀਆਂ ਨੇ ਇਸ ਬਰੀਡ ਨੂੰ? ਦੇਖੋ ਬਿਮਾਰੀਆਂ ਤਾਂ ਇਹਨਾਂ ਦੇ ਵਿੱਚ ਕੋਈ ਇੰਨੀਆਂ ਖਾਸ ਨਹੀਂ ਆ ਜੇ ਆਪਾਂ ਪ੍ਰੋਪਰ ਇਹਨਾਂ ਦੀ ਵੈਕਸੀਨੇਸ਼ਨ ਕਰਕੇ ਰੱਖਦੇ ਆ। ਜੀ। ਬੱਕਰੀਆਂ ਦੇ ਵਿੱਚ 3-4 ਤਰ੍ਹਾਂ ਦੀ ਵੈਕਸੀਨ ਹੁੰਦੀ ਹੈਗੀ। ਕਦੋਂ ਕਦੋਂ ਹੋ ਜਾਂਦੀਆਂ ਨੇ ਇਹ ਫਿਰ? ਹਾਂ, ਇਹ ਵੈਕਸੀਨਾਂ ਦੱਸਦੇ ਆ ਤੁਹਾਨੂੰ ਵੀ ਮੇਨ PPR, ET ਤੇ FMD ਦੀ ਵੈਕਸੀਨ ਹੈ। ਇਹ ਗੋਟ ਐਂਡ ਸ਼ੀਪ ਪੌਕਸ। ਜੇ ਆਪਾਂ ਇਹ ਵੈਕਸੀਨ ਪ੍ਰੋਪਰ ਰੱਖਦੇ ਆਂਗੇ, ਰੈਗੂਲਰ ਲਾਉਂਦੇ ਰਹਿੰਦੇ ਆ, ਵੈਸੇ ਟਾਈਮ ਪੀਰੀਅਡ ਤੇ ਇਹਦਾ ਕੋਈ ਨਿਸ਼ਚਿਤ ਹੈ ਨਹੀਂਗਾ ਵੀ ਇਹ ਆ ਮਤਲਬ PPR ਇਸ ਮਹੀਨੇ ਦੇ ਵਿੱਚ ਲੱਗੂਗੀ, ET ਮਤਲਬ ਇਸ ਮਹੀਨੇ ਦੇ ਵਿੱਚ ਲੱਗੂਗੀ ਜੀ। ਪਰ ਇਹ ਧਿਆਨ ਰੱਖਣਾ ਵੀ ਜ਼ਿਆਦਾ ਗਰਮੀ ਜਾਂ ਜ਼ਿਆਦਾ ਸਰਦੀ ਦੇ ਵਿੱਚ ਨਾ ਲਾਓ, ਉਹ ਚੀਜ਼ ਨੂੰ ਤੁਸੀਂ ਥੋੜਾ ਜਿਹਾ ਅਵੋਇਡ ਕਰੋ ਜੀ। ਤੇ ਤਾਂ ਕਿ ਜਾਨਵਰ ਤੁਹਾਡਾ ਸਟ੍ਰੈਸ ਦੇ ਵਿੱਚ ਨਾ ਆਵੇ। ਜੀ। ਤਾਂ ਵੈਕਸੀਨ ਜਦੋਂ ਵੀ ਕਰਨੀ ਹੈਗੀ, ਠੀਕ ਹੈ, ਉਦੋਂ ਤੁਸੀਂ ਕਲਾਈਮੇਟ ਦੇਖੋ ਕਿ ਸਹੀ ਹੈ ਤਾਂ ਜਾਨਵਰ ਦੀ ਪਹਿਲਾਂ ਡੀਵਰਮਿੰਗ ਹੋ ਜੇ, ਪੇਟ ਦੇ ਕੀੜਿਆਂ ਦੀ ਦਵਾਈ ਉਹਨੂੰ ਪਹਿਲਾਂ ਦਿੱਤੀ ਜਾਵੇ, ਫਿਰ ਆਪਾਂ ਵੈਕਸੀਨ ਕਰਦੇ ਹਾਂ ਤਾਂ ਉਹਦਾ ਰਿਜ਼ਲਟ ਹੋਰ ਵੀ ਵਧੀਆ ਹੁੰਦਾ ਜੀ। ਤਾਂ ਇੱਕ ਨੋਟ ਕਰਕੇ ਰੱਖੋ ਆਪਣੀ ਡਾਇਰੀ ਦੇ ਵਿੱਚ ਕਿ ਜਦੋਂ ਵੀ ਤੁਸੀਂ ਵੈਕਸੀਨ ਕਰਦੇ ਆ, ਜਿਹੜੀ ਵੈਕਸੀਨ ਦੀ ਇਮਿਊਨਿਟੀ 6 ਮਹੀਨੇ ਦੀ ਹੈ ਤਾਂ ਉਹਨੂੰ ਦੁਬਾਰਾ ਰੈਗੂਲਰ 6 ਮਹੀਨੇ ਬਾਅਦ ਹੀ ਰਿਪੀਟ ਕਰੋ। ਜਿਸੇ ਕਿਸੇ ਵੈਕਸੀਨ ਦੀ ਮਤਲਬ ਸਾਲ ਦੀ ਇਮਿਊਨਿਟੀ ਹੈ, ਉਹਨੂੰ ਸਾਲ ਬਾਅਦ ਰਿਪੀਟ ਕਰੋ। ਜਿਵੇਂ PPR ਆ ਉਹ ਇੱਕ ਵਾਰ ਲੱਗਣ ਤੋਂ ਬਾਅਦ 3 ਸਾਲਾਂ ਬਾਅਦ ਰਿਪੀਟ ਹੁੰਦੀ ਹੈ ਤੇ ਛੋਟੇ 3 ਮਹੀਨਿਆਂ ਦੇ ਬੱਚੇ ਤੇ ਉਹ ਲੱਗਦੀ ਹੈ। ਜੀ। ਤਾਂ ਇਸ ਤਰ੍ਹਾਂ ਦੀ ਬਹੁਤ ਸਾਰੀ ਇੱਕ ਨੌਲੇਜ ਵੀ ਹੈ ਜਿਹੜੀ ਕਿ ਟ੍ਰੇਨਿੰਗ ਦੇ ਵਿੱਚ ਸ਼ੇਅਰ ਕਰਦੇ ਆ। ਇਹਦੇ ਬਹੁਤ ਬਰੀਕ ਪਹਿਲੂ ਹੈਗੇ ਟ੍ਰੇਨਿੰਗ ਦੇ, ਜਿਹੜੇ ਆਪਾਂ ਹੈਲਥ ਮੈਨੇਜਮੈਂਟ ਦੇ ਸਬਜੈਕਟ ਦੇ ਵਿੱਚ ਗੱਲ ਕਰਦੇ ਆ। ਇਹਨਾਂ ਦੀ ਮੈਡੀਸਨ ਬਾਰੇ ਗੱਲ ਕਰਦੇ ਆ, ਵੈਕਸੀਨੇਸ਼ਨ ਬਾਰੇ, ਡੀਵਰਮਿੰਗ ਬਾਰੇ। ਤਾਂ ਇੱਕ ਸ਼ਾਰਟ ਦੇ ਵਿੱਚ ਤੁਹਾਨੂੰ ਮੈਂ ਇਹ ਦੱਸ ਰਿਹਾ ਵੀ ਬਿਮਾਰੀਆਂ ਤੋਂ ਆਪਾਂ ਜਾਨਵਰ ਨੂੰ ਇਹਨੂੰ ਕਿਵੇਂ ਬਚਾਉਣਾ ਹੈ। ਕਈ ਲੋਕ ਐਂ ਡਰ ਜਾਂਦੇ ਆ ਕਿ ਬੱਕਰੀਆਂ ਦੇ ਵਿੱਚ ਬਿਮਾਰੀ ਜ਼ਿਆਦਾ ਆਉਂਦੀ ਹੈ, ਬੱਕਰੀਆਂ ਮਰਦੀਆਂ ਜ਼ਿਆਦਾ ਹੈ। ਜੀ। ਉਹ ਮਰਦੀਆਂ ਕਦੋਂ ਆਏਗਾ? ਉਹ ਫਾਰਮਰ ਦੀ ਹੀ ਗਲਤੀ ਨਾਲ ਮਰਦੀਆਂ ਜੀ। ਕਿ ਉਹ ਆਪਣੇ ਜਾਨਵਰ ਦਾ ਮਤਲਬ ਨੁਕਸਾਨ ਹੋਣ ਤੋਂ ਪਹਿਲਾਂ ਇਹ ਜਿਹੜੇ ਛੋਟੀਆਂ ਪ੍ਰੈਕਟਿਸ ਹੈ ਉਹ ਕਰਦੇ ਨਹੀਂ ਗੇ। ਜੀ। ਇਹਨਾਂ ਨੂੰ ਅਣਗਹਿਲਾ ਕਰ ਦਿੰਦੇ ਆ ਕਿ ਯਾਰ ਕੀ ਲੋੜ ਹੈ ਵੈਕਸੀਨ ਕਰਨ ਦੀ, ਕੀ ਲੋੜ ਹੈ ਦਵਾਈ ਦੇਣ ਦੀ। ਜੀ। ਬਾਅਦ ਦੇ ਵਿੱਚ ਰਿਜ਼ਲਟ ਕੀ ਮਿਲਦੇ ਆ? ਹੁਣ ਇੱਕ ਐਗਜ਼ਾਮਪਲ ਤੌਰ ਤੇ ਲਾ ਲਓ, ਜੇ ਆਪਾਂ ਬੱਕਰੀਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਨਹੀਂ ਦਿੰਦੇ ਟਾਈਮ ਤੇ ਤਾਂ ਉਹ ਖਾਈ ਪੀ ਤਾਂ ਜਾਣੀਆਂ ਪਰ ਉਹਨਾਂ ਦੇ ਸਰੀਰ ਨੂੰ ਨਹੀਂ ਲੱਗਦਾ। ਜੀ। ਤਾਂ ਉਹ ਕਮਜ਼ੋਰ ਹੀ ਰਹਿੰਦੀ ਹੈ ਬੱਕਰੀ। ਤਾਂ ਉਹਦਾ ਕਾਰਨ ਹੋ ਜਾਂਦਾ ਹੈਗਾ ਕਈ ਵਾਰ ਬੱਕਰੀ ਨੂੰ ਦਸਤ ਨਹੀਂ ਬੰਦ ਹੁੰਦੇ ਜਾਂ ਬੱਚਿਆਂ ਦੇ ਵਿੱਚ ਜਿਹੜੀ ਮ੍ਰਿਤੂ ਦਰ ਆ ਉਹ ਵੱਧ ਜਾਂਦੀ ਹੈਗੀ ਡੀਵਰਮਿੰਗ ਦੇ ਨਾ ਹੋਵੇ। ਚਾਹੇ ਬੱਕਰੀ ਦੀ ਨਹੀਂ ਹੋਈ ਤਾਂ ਵੀ ਬੱਚਿਆਂ ਦੇ ਵਿੱਚ ਇਹ ਚੀਜ਼ ਦਾ ਪ੍ਰਭਾਵ ਦੇਖਿਆ ਜਾਂਦਾ ਹੈ। ਤਾਂ ਕਰਕੇ ਬੱਚਿਆਂ ਦੀ ਵੀ ਪ੍ਰੋਪਰ ਜਨਮ ਤੋਂ ਬਾਅਦ ਵੈਕਸੀਨ ਡੀਵਰਮਿੰਗ ਕਰਨੀ ਚਾਹੀਦੀ ਹੈ। 3 ਮਹੀਨਿਆਂ ਬਾਅਦ ਉਹਦੀ ਜਿਵੇਂ ਰੈਗੂਲਰ ਆਪਾਂ ਵੈਕਸੀਨ ਕਰਦੇ ਹਾਂ, ਵੈਕਸੀਨ ਕਰੋ। ET ਹੈ, PPR ਹੈ, FMD ਹੈ ਜਾਂ ਆਪਣੀ ਸ਼ੀਪ ਗੋਟ ਪੌਕਸ ਦੀ ਹੈ ਜੀ। ਤੇ ਇਸ ਲਈ ਜੇ ਆਪਾਂ ਇਹ ਚੀਜ਼ਾਂ ਦਾ ਧਿਆਨ ਰੱਖਾਂਗੇ ਤਾਂ ਬੱਕਰੀਆਂ ਨੂੰ ਬਿਮਾਰੀਆਂ ਤੋਂ ਬਚਾ ਸਕਦੇ ਹਾਂ। ਤੇ ਕਰਾਉਣਾ ਜ਼ਰੂਰੀ ਚਾਹੀਦਾ ਵੈਕਸੀਨ। ਤੇ ਇਸ ਚੀਜ਼ ਨੂੰ ਮਤਲਬ ਐਂ ਨਹੀਂ ਸਮਝਣਾ ਚਾਹੀਦਾ ਵੀ ਕੀ ਫਾਇਦਾ ਹੈਗਾ ਇਹ, ਜੇ ਆਪਾਂ ਨਾ ਵੀ ਕਰਵਾਵਾਂਗੇ ਕੋਈ ਅਸਰ ਨਹੀਂ ਪੈਂਦਾ, ਇਹਦਾ ਅਸਰ ਅੱਗੇ ਜਾ ਕੇ ਪੈ ਜਾਂਦਾ ਹੈਗਾ। ਠੀਕ ਹੈ ਜੀ। ਹਾਂਜੀ। ਵੈਸੇ ਇਹ ਤੇ ਖਰਚਾ ਕਿੰਨਾ ਕੁ ਆਉਂਦਾ ਵੈਕਸੀਨੇਸ਼ਨ ਵਗੈਰਾ ਦਾ ਜਾਂ ਡੀਵਾਰਮਿੰਗ ਵਗੈਰਾ ਦਾ? ਕਿਉਂਕਿ ਕਈ ਵੀਰ ਤਾਂ ਇਸ ਚੀਜ਼ ਤੋਂ ਵੀ ਚੱਲਦੇ ਹੋਣ ਕਿ ਜ਼ਿਆਦਾ ਖਰਚ ਪੈਂਦਾ ਨਾ। ਨਹੀਂ ਹਾਂ, ਦੇਖੋ ਹੋ ਹੀ ਜਾਂਦਾ। ਮਤਲਬ ਗਰੀਬ ਹੈ ਕੋਈ ਬੱਕਰੀ ਪਾਲਕ ਤਾਂ ਉਹਨੂੰ ਹੋ ਜਾਂਦਾ ਪਤਾ ਨਹੀਂ ਇਹ ਚੀਜ਼ਾਂ ਤੇ ਕਿੰਨਾ ਖਰਚਾ ਆਉਣਾ ਹੈਗਾ। ਆਪਾਂ ਨਾ ਕਰੀਏ ਆਪਣਾ ਤਾਂ ਵੀ ਸਰਦਾ ਹੈਗਾ। ਪਰ ਕੋਈ ਜ਼ਿਆਦਾ ਖਰਚਾ ਨਹੀਂ ਲੰਮਾ ਚੌੜਾ ਇਹਦੇ ਵਿੱਚ। ਜੇ ਵੈਕਸੀਨ ਆਪਾਂ ਕਰ ਵੀ ਦਿੰਨੇ ਆ 3-4 ਵੈਕਸੀਨ ਤਾਂ ਇੱਕ ਬੱਕਰੀ ਦਾ ਮਤਲਬ 30-40 ਰੁਪਏ ਖਰਚਾ ਆਉਂਦਾ ਹੈਗਾ ਜੀ। ਹਾਂ, ਜੇ ਆਪਾਂ ਸਾਰੀ ਲੈ ਕੇ ਆਉਂਦੇ ਆ ਕਿ ਵਾਇਲ ਕੀ ਆ ਸਾਰੀ 200-250 ਦੀ 300 ਦੀ ਆਉਂਦੀ ਹੈ ਜਿਹੜੀ ਕਿ 100 ਪਸ਼ੂਆਂ ਦੇ ਲੱਗ ਜਾਂਦੀ ਹੈ ਜੀ। ਹੁਣ ਆਮ ਜੇ ਆਪਣਾ ਵੈਕਸੀਨ ਨਹੀਂ ਲੱਗੀ, ਜਾਨਵਰ ਆਪਣਾ ਬਿਮਾਰ ਹੋ ਕੇ ਮਰ ਗਿਆ, ਠੀਕ ਹੈ, ਕੋਈ ਵਾਇਰਸ ਇਹੋ ਜਿਹਾ ਆ ਗਿਆ ਜਿਵੇਂ ਕਿ ਇਹਦੇ ਵਿੱਚ ET ਦੀ ਦਿੱਕਤ ਆ ਗਈ ਜਾਂ PPR ਦੀ ਦਿੱਕਤ ਆ ਗਈ ਤਾਂ ਜਾਨਵਰ ਤਾਂ ਮਤਲਬ ਫਾਰਮਰ ਜਰ ਲੈਂਦਾ ਕੋਈ 18-20 ਹਜ਼ਾਰ ਦਾ। ਤੇ ਜੇ ਵੈਕਸੀਨ ਲਾ ਦਾਂਗੇ, ਵੈਕਸੀਨ ਸਾਰੀ 200-250 ਰੁਪਏ ਦੀ ਹੈ ਜਿਹੜੀ ਕਿ ਲੱਗੂਗੀ ਕਿੰਨੇ 100 ਪਸ਼ੂਆਂ ਦੇ। ਜੀ। ਤਾਂ ਖਰਚਾ ਕੋਈ ਖਾਸ ਨਹੀਂ ਜੇ ਮਤਲਬ ਇਸ ਚੀਜ਼ ਦੀ ਨੌਲੇਜ ਹੋਵੇ, ਪਹਿਲਾਂ ਬੰਦਾ ਟ੍ਰੇਨਡ ਹੋਵੇ ਇਸ ਚੀਜ਼ ਬਾਰੇ ਕਿ ਆਪ ਖੁਦ ਹੱਥੀਂ ਇਹਨਾਂ ਦਾ ਟ੍ਰੀਟਮੈਂਟ ਕਰਨਾ ਆਉਂਦਾ ਜੀ ਤਾਂ ਕਰ ਸਕਦਾ ਹੈਗਾ। ਕੋਈ ਵਾਰ-ਵਾਰ ਆਪਾਂ ਨੂੰ ਡਾਕਟਰ ਨੂੰ ਵੀ ਬੁਲਾਉਣ ਦੀ ਜ਼ਰੂਰਤ ਨਹੀਂ, ਕਿਉਂਕਿ ਜਦੋਂ ਬਿਮਾਰ ਹੋ ਜਾਂਦਾ ਉਦੋਂ ਚਾਹੇ ਬੰਦੇ ਦਾ 5000 ਰੁਪਇਆ ਲੱਗ ਜੇ ਦਵਾਈ ਤੇ, ਡਾਕਟਰ ਨੂੰ ਵਾਰੀ-ਵਾਰੀ ਬੁਲਾਊਗਾ ਤੇ ਡਾਕਟਰ ਨੇ ਕੀ ਆਪਣੀ ਫੀਸ ਲੈ ਜਾਣੀ ਹੈ, ਮੈਡੀਸਨ ਦਾ ਖਰਚਾ ਲੈ ਜਾਣਾ। ਆਪਾਂ ਨੂੰ ਨਹੀਂ ਪਤਾ ਹੁੰਦਾ ਕਿ ਉਹ 200 ਵਾਲੀ ਵੈਕਸੀਨ ਦਾ ਆਪਣੇ ਤੋਂ 2000 ਰੁਪਇਆ ਵੀ ਲੈ ਜੇ। ਤਾਂ ਇਹ ਛੋਟੀਆਂ ਗੱਲਾਂ ਜਿਹੜੀਆਂ ਜੇ ਆਪਾਂ ਧਿਆਨ 'ਚ ਰੱਖਾਂਗੇ ਤਾਂ ਬੱਕਰੀਆਂ ਨੂੰ ਆਪਾਂ ਬਿਮਾਰ ਹੋਣ ਤੋਂ ਬਚਾ ਸਕਦੇ ਹਾਂਗੇ। ਕੋਈ ਲੰਬਾ ਚੌੜਾ ਖਰਚਾ ਨਹੀਂ, ਇਹ ਚੀਜ਼ਾਂ ਕਰਨੀਆਂ ਚਾਹੀਦੀਆਂ। ਡੀਵਰਮਿੰਗ ਤੇ ਵੀ ਕੋਈ ਜ਼ਿਆਦਾ ਖਰਚਾ ਨਹੀਂ, ਕੋਈ ਆਪਾਂ 400-500 ਰੁਪਏ ਦਾ ਲੀਟਰ ਆ ਜਾਂਦਾ। ਜਿਵੇਂ ਆਪਾਂ ਗੱਲ ਕਰੀਏ ਨੀਲਜਨ ਦਵਾਈ ਹੈ, ਪੈਨਾਕਿਓਰ ਹੈ, ਹਾਈਟੈਕ ਹੈ, ਠੀਕ ਹੈ, ਥੋੜੇ ਵੇਰੀਏਸ਼ਨ ਹੋ ਸਕਦਾ ਰੇਟ ਦੇ ਵਿੱਚ, ਕੋਈ ਮਤਲਬ 200-400 ਰੁਪਇਆ ਮਹਿੰਗੀ ਸਸਤੀ ਹੋ ਸਕਦੀ ਹੈ
ਪਰ ਡਿਵਰਮਿੰਗ ਆਪਾਂ ਹਰ 4 ਮਹੀਨਿਆਂ ਬਾਅਦ ਰਿਪੀਟ ਕਰਨੀ ਚਾਹੀਦੀ ਹੈ ਇਹਨੂੰ, ਜੀ ਤਾਂ ਕਿ ਅੰਦਰਲੇ ਜਿਹੜੇ ਕੀੜੇ ਆ ਇਹਨਾਂ ਦੇ ਅੰਤਾਂ ਦੇ ਵਿੱਚ, ਪੇਟ ਦੇ ਵਿੱਚ, ਫੇਫੜਿਆਂ ਦੇ ਵਿੱਚ, ਹੂੰ ਤਾਂ ਟਾਈਮ ਤੇ ਜੇ ਆਪਾਂ ਰਿਪੀਟ ਕਰਦੇ ਰਵਾਂਗੇ, ਹਰ ਵਾਰੀ ਸਾਲਟ ਚੇਂਜ ਕਰਕੇ ਦਵਾਈ ਦੇਣੀ ਚਾਹੀਦੀ ਹੈ। ਜੀ ਤਾਂ ਉਹ ਦਿੰਦੇ ਰਵਾਂਗੇ ਤਾਂ ਤੁਹਾਡੇ ਬੱਕਰੀ ਦੀ, ਪਸ਼ੂ ਦੀ ਕੀ ਹੈ, ਸਿਹਤ ਵਧੀਆ ਬਣੀ ਰਹੂਗੀ। ਤਾਂ ਉਹਨੂੰ ਜੋ ਵੀ ਤੁਸੀਂ ਖਾਣ ਪੀਣ ਨੂੰ ਪਾਓਗੇ ਤਾਂ ਉਹ ਸਰੀਰ ਨੂੰ ਦੁੱਗਣਾ ਲੱਗੂਗਾ।